Hello and welcome back on my YouTube channel. My name is Harpreet Singh and you are watching Commerce EduTech. Today I am going to deliver a new lecture on a topic from reconstitution of partnership firm, and our subject is revaluation of assets and liabilities. ਨੈਕਸਟ ਟੌਪਿਕ ਹੈ ਰੀਕਨਸਟੀਟਿਊਸ਼ਨ ਦਾ। ਰੀਕਨਸਟੀਟਿਊਸ਼ਨ ਜਦੋਂ ਫਰਮ ਦੀ ਹੁੰਦੀ ਹੈ ਉਸ ਦੇ ਕਾਰਨ ਕੀ ਸੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਔਰ ਉਹਦੇ ਅੰਦਰ ਅਸੀਂ ਅਕਾਊਂਟਿੰਗ ਕਰਨੀ ਹੈ ਤਾਂ ਸਾਡੇ ਕੋਲ ਅਕਾਊਂਟਿੰਗ ਕਾਹਦੀ ਕਰਨੀ ਆਪਾਂ ਰੀਵੈਲਿਊਏਸ਼ਨ ਆਫ ਐਸੈਟਸ ਐਂਡ ਲਾਇਬਿਲਿਟੀਜ਼। ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ। ਪਹਿਲਾਂ ਇੰਟਰੋਡਕਸ਼ਨ 'ਚ ਦੇਖੀਏ ਕੀ ਹੈ ਰੀਵੈਲਿਊਏਸ਼ਨ ਸਾਨੂੰ ਕਿਉਂ ਕਰਨੀ ਪੈਂਦੀ ਹੈ। With the passes of time, it is possible that actual market value of assets and liabilities may differ from their book value. Yes, it is possible. ਆਪਾਂ ਇੱਕ ਚੀਜ਼ ਜੋ ਹੈ 90 ਦੇ ਵਿੱਚ ਖਰੀਦਦੇ ਹਾਂ ਜਾਂ ਅੱਜ ਤੋਂ 10 ਸਾਲ ਪਹਿਲਾਂ ਅਸੀਂ ਖਰੀਦੀ, ਬਿਜ਼ਨਸ ਸਾਡਾ ਚੱਲ ਰਿਹਾ 2020 ਦੇ ਅੰਦਰ। 10 ਸਾਲ ਪਹਿਲਾਂ ਅਸੀਂ ਕੋਈ ਐਸੈਟ ਪਰਚੇਜ਼ ਕਰਦੇ ਹਾਂ, ਉਸ ਦੀ ਅੱਜ ਵੈਲਿਊ ਜੋ ਮਾਰਕੀਟ ਦੇ ਵਿੱਚ ਹੈ ਔਰ ਜੋ ਬੁੱਕਸ ਦੇ ਵਿੱਚ ਹੈ, ਦੋਨੋਂ ਕੀ ਹੋ ਸਕਦੀਆਂ, ਮੇ ਡਿਫਰ ਹੋ ਸਕਦੀਆਂ ਫਰੋਮ ਈਚ ਅਦਰ। So it is necessary to revalue them at the time of reconstitution of partnership firm. ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਉਸ ਦੇ ਇਫੈਕਟ ਜਿਹੜੇ ਹੈ ਅੱਜ ਨੋਟ ਕਰਨੇ ਹੈ। ਉਹਦਾ ਦੇਖੋ ਕਾਰਨ ਹੈ, ਆਪਾਂ ਇੱਕ ਐਗਜ਼ਾਮਪਲ ਆਪਾਂ ਲਵਾਂਗੇ ਉਸ ਦੀ ਬਾਅਦ ਦੇ ਵਿੱਚ। ਸੋ ਇਟ ਇਜ਼ ਨੈਸੈਸਰੀ ਟੂ ਰੀਵੈਲਿਊ them at the time of reconstitution. Any effect occurred due to their revaluation could be profit or loss and shall transfer to the partners capital account in their old profit sharing ratio. ਹੁਣ ਦੇਖੋ ਇਸ ਦਾ ਕਾਰਨ ਕੀ ਹੈ, ਕਿਉਂ ਅਸੀਂ ਇਸ ਰੀਵੈਲਿਊਏਸ਼ਨ ਨੂੰ ਕਰਦੇ ਹਾਂ। ਇੱਕ ਆਪਾਂ ਇਹਦੀ ਐਗਜ਼ਾਮਪਲ ਲੈਂਦੇ ਹਾਂ। ਸੇ ਫੋਰ ਐਗਜ਼ਾਮਪਲ A ਐਂਡ B ਦੋ ਪਾਰਟਨਰ ਬਿਜ਼ਨਸ ਸਟਾਰਟ ਕਰਦੇ ਆ ਅਤੇ ਉਹਨਾਂ ਨੇ ਇਨਵੈਸਟਮੈਂਟ ਦੇ ਤੌਰ ਦੇ ਉੱਪਰ ਇੱਕ ਪੀਸ ਆਫ ਲੈਂਡ ਬਾਏ ਕੀਤਾ। ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਜਦੋਂ ਬਿਜ਼ਨਸ ਸਟਾਰਟ ਕੀਤਾ ਸੀ, ਉਦੋਂ ਉਹਨਾਂ ਨੇ ਇੱਕ ਪੀਸ ਆਫ ਲੈਂਡ ਪਰਚੇਜ਼ ਕਰਕੇ ਇਨਵੈਸਟਮੈਂਟ ਦੇ ਤੌਰ 'ਤੇ ਛੱਡ ਲਿਆ ਕਿ ਅਗਰ ਉਸ ਦੇ ਵਿੱਚੋਂ ਕੋਈ ਪ੍ਰੋਫਿਟ ਆਊਗਾ ਤਾਂ ਉਹ ਪ੍ਰੋਫਿਟ ਆਪਸ ਦੇ ਵਿੱਚ ਵੰਡ ਲੈਣਗੇ। ਔਰ ਉਸ ਟਾਈਮ ਜਦੋਂ ਬਿਜ਼ਨਸ ਸਟਾਰਟ ਕੀਤਾ, they decide to share profit in equal ratio, but after 10 year they want to change their profit sharing ratio. ਇਹ ਵੀ ਇੱਕ ਕਾਰਨ ਹੈ ਰੀਕਨਸਟੀਟਿਊਸ਼ਨ ਦਾ। ਹੁਣ ਅੱਜ ਉਹ ਆਪਣੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰ ਰਿਹਾ। ਅਗਰ 5 ਸਾਲ ਪਹਿਲਾਂ ਇੱਕ ਪੀਸ ਆਫ ਲੈਂਡ ਸੇ ਫੋਰ ਐਗਜ਼ਾਮਪਲ ਕਿ ਅਸੀਂ ਜਿਹੜਾ ਹੈ 20 ਲੱਖ ਰੁਪੀਜ਼ ਦਾ ਬਾਏ ਕੀਤਾ, ਔਰ ਅੱਜ ਆਫਟਰ 10 ਈਅਰ ਅੱਜ ਉਸ ਦੀ ਵੈਲਿਊ ਜੋ ਹੈ ਸੇ ਫੋਰ ਐਗਜ਼ਾਮਪਲ 50% ਇਨਕਰੀਜ਼ ਕਰ ਗਈ। ਉਦੋਂ ਅਸੀਂ 25 ਲੱਖ ਦਾ ਉਹ ਜਿਹੜਾ ਪਲਾਟ ਸੀ ਉਸ ਨੂੰ ਬਾਏ ਕੀਤਾ ਹੋਇਆ, ਔਰ ਅੱਜ ਉਸ ਦੀ ਵੈਲਿਊ ਜੋ ਹੈ 40% ਇਨਕਰੀਜ਼ ਕਰ ਚੁੱਕੀ ਹੈ। ਤਾਂ ਹੁਣ ਉਹ 40% ਵੈਲਿਊ ਸਾਡੀਆਂ ਬੁੱਕਸ ਦੇ ਵਿੱਚ ਰੀਪ੍ਰਜੈਂਟ ਨਹੀਂ ਹੋ ਰਹੀ, ਕਿਉਂਕਿ ਬੁੱਕਸ ਸਾਡੀਆਂ ਜੋ ਹੈ ਹਿਸਟੋਰੀਕਲ ਨੇਚਰ ਦੀਆਂ ਬਣਦੀਆਂ। ਇਹਦੇ ਵਿੱਚ ਅੱਜ ਵੀ ਉਹਦੀ ਜੋ ਵੈਲਿਊ ਹੈ ਉਹ 25 ਲੱਖ ਹੀ ਸ਼ੋ ਹੋ ਰਹੀ ਹੈ। ਉਹਦੇ ਵਿੱਚ ਅਸੀਂ ਉਹਦਾ 40% ਜੋ ਹੈ ਇਨਕਰੀਜ਼ ਨਹੀਂ ਦਿਖਾਇਆ ਹੋਇਆ। ਔਰ ਅੱਜ ਅਗਰ ਅਸੀਂ ਉਹ 40% ਇਨਕਰੀਜ਼ ਦਾ ਕੋਈ ਵੀ ਟਰੀਟਮੈਂਟ ਨਹੀਂ ਕਰਾਂਗੇ, ਔਰ ਇਨ ਫਿਊਚਰ ਜੋ ਹੈ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋ ਜਾਂਦੀ ਆ, ਸੇ ਫੋਰ ਐਗਜ਼ਾਮਪਲ 2:1 ਦੀ ਹੋ ਜਾਂਦੀ ਹੈ, ਜੋ ਕਿ ਪਹਿਲਾਂ 1:1 ਦੀ ਸੀ, ਜਾਂ 3:2 ਹੋ ਜਾਂਦੀ ਹੈ, ਵਟ ਐਵਰ ਕੋਈ ਵੀ ਹੋ ਜਾਏ। ਹੁਣ ਦੇਖੋ ਇਸ ਤਰ੍ਹਾਂ ਹੋਣ ਦੇ ਨਾਲ ਇੱਕ ਪਾਰਟਨਰ ਫਾਇਦੇ 'ਚ ਜਾਊਗਾ, ਇਨ ਫਿਊਚਰ ਇੱਕ ਪਾਰਟਨਰ ਨੁਕਸਾਨ 'ਚ ਜਾਊਗਾ। ਹੁਣ ਜੋ ਅੱਜ ਉਸ ਦੀ ਵੈਲਿਊ 40% ਇਨਕਰੀਜ਼ ਹੋਈ ਸੀ, ਮੋਟਾ ਜੋ 10 ਲੱਖ ਰੁਪੀਜ਼ ਦਾ ਪ੍ਰੋਫਿਟ ਹੈ, ਅਗਰ ਉਹ ਅੱਜ ਹੀ ਆਪਸ 'ਚ ਵੰਡ ਲੈਂਦੇ ਆ ਤਾਂ ਉਹਨਾਂ ਨੂੰ ਦੋਨਾਂ ਨੂੰ 5-5 ਲੱਖ ਰੁਪਏ ਮਿਲਣਾ। ਅਗਰ ਉਹ ਅੱਜ ਰੀਵੈਲਿਊਏਸ਼ਨ ਨਹੀਂ ਕਰਦੇ ਔਰ ਇਸ ਪ੍ਰੋਫਿਟ ਦਾ ਜੋ ਹਿਡਨ ਪ੍ਰੋਫਿਟ 40% ਹੈ, ਜੋ ਬੁੱਕਸ ਸ਼ੋ ਨਹੀਂ ਕਰ ਰਹੀਆਂ, ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਜੋ ਬੁੱਕਸ ਸ਼ੋ ਨਹੀਂ ਕਰ ਰਹੀਆਂ, ਕਿਉਂਕਿ ਬੁੱਕਸ ਮਾਰਕੀਟ ਵੈਲਿਊ ਨੂੰ ਅਪਡੇਟ ਨਹੀਂ ਕਰਦੀਆਂ। ਸੋ ਇਹਦੇ ਨਾਲ ਜਿਹੜੇ ਪਾਰਟਨਰ ਨੂੰ 5 ਲੱਖ ਰੁਪਏ ਮਿਲਣਾ ਸੀ, ਇਨ ਫਿਊਚਰ ਹੋ ਸਕਦਾ ਉਸ ਨੂੰ ਉਸ ਤੋਂ ਜ਼ਿਆਦਾ ਮਿਲੇ ਔਰ ਦੂਸਰੇ ਨੂੰ ਉਸ ਤੋਂ ਘੱਟ ਮਿਲੇ। ਸੋ ਕਿਉਂ ਨੁਕਸਾਨ ਕਿਉਂ ਝੱਲੇ ਉਹ? ਕਿਉਂਕਿ ਜਦੋਂ ਉਹਨਾਂ ਨੇ ਇਨਵੈਸਟਮੈਂਟ ਕੀਤੀ ਉਦੋਂ ਉਹਨਾਂ ਨੇ ਇਹ ਜਿਹੜਾ ਇਕੁਅਲ ਪ੍ਰੋਫਿਟ ਸ਼ੇਅਰ ਕਰਨ ਦਾ ਡਿਸੀਜ਼ਨ ਲਿਆ ਸੀ, ਔਰ ਅੱਜ ਰੇਸ਼ੋ ਚੇਂਜ ਹੋਣ ਦੇ ਨਾਲ ਦੂਸਰੇ ਬੰਦੇ ਨੂੰ ਨੁਕਸਾਨ ਹੋਏਗਾ। ਸੋ ਇਸ ਕਰਕੇ ਅਸੀਂ ਜੋ ਫਿਊਚਰ ਦਾ ਲੋਸ ਹੈ ਉਸ ਨੂੰ ਅੱਜ ਹੀ ਕਵਰ ਕਰਨਾ ਹੈ ਐਟ ਦਾ ਟਾਈਮ ਆਫ ਰੀਕਨਸਟੀਟਿਊਸ਼ਨ। ਅਸੀਂ ਉਸ ਐਸੈਟ ਦੇ ਵਿੱਚੋਂ ਜੋ ਪ੍ਰੋਫਿਟ ਨਿਕਲਦਾ ਹੋਊਗਾ ਉਸ ਨੂੰ ਅੱਜ ਹੀ ਸੈਟਲ ਡਾਊਨ ਕਰ ਦਾਂਗੇ ਦੋਨਾਂ ਦੇ ਵਿੱਚ,
ਉਹਨਾਂ ਦੀ ਪੁਰਾਣੀ ਸ਼ੇਅਰਿੰਗ ਰੇਸ਼ੋ ਦੇ ਅਕੋਰਡਿੰਗ। ਔਰ ਜੇਕਰ ਇਨ ਫਿਊਚਰ ਉਹ ਉਸ ਇਨਵੈਸਟਮੈਂਟ ਨੂੰ ਕੈਰੀ ਕਰਨਾ ਚਾਹੁੰਦੇ ਆ ਤਾਂ ਉਹ ਕਰ ਸਕਦੇ ਆ, ਅਗਰ ਉਹ ਕੈਰੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਉਹਨਾਂ ਦਾ ਫਰਦਰ ਅੱਗੇ ਡਿਸੀਜਨ ਹੋਏਗਾ। ਕਲੀਅਰ। ਇਸ ਕਰਕੇ ਜਿਹੜਾ ਹੈ ਰੀਕਨਸਟੀਟਿਊਸ਼ਨ ਜਿਹੜੀ ਅਸੀਂ ਐਸੈਟਸ ਐਂਡ ਲਾਇਬਿਲਿਟੀਜ਼ ਦੀ ਕਰਦੇ ਹਾਂ, ਸੋ ਦੈਟ ਕਿ ਪਾਰਟਨਰਸ ਨੂੰ ਇਨ ਫਿਊਚਰ ਕੋਈ ਜ਼ਿਆਦਾ ਫਾਇਦਾ ਨਾ ਹੋਵੇ ਔਰ ਦੂਸਰਾ ਬੰਦਾ ਜ਼ਿਆਦਾ ਨੁਕਸਾਨ 'ਚ ਨਾ ਜਾਵੇ। ਸੋ ਇੱਥੋਂ ਇੱਕ ਕੁਐਸਚਨ ਹੋਰ ਅਰਾਈਜ਼ ਹੋਇਆ, ਵਾਈ ਵੀ ਯੂਜ਼ ਓਲਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਹੁਣ ਅਸੀਂ ਓਲਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੀ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਵੈਨ ਦੇ ਹੈਵ ਇਨਵੈਸਟਡ ਮਨੀ ਇਨ ਦੇਅਰ ਪ੍ਰੋਜੈਕਟ ਦੇ decide to share profit or loss from that project in that ratio। ਹੁਣ ਦੇਖੋ ਇੱਥੇ ਅਸੀਂ ਇਹੀ ਐਗਜ਼ਾਮਪਲ ਹੁਣੇ ਅਸੀਂ ਲੈ ਕੇ ਹਟੇ ਕਿ ਜਦੋਂ ਉਹਨਾਂ ਨੇ ਬਿਜ਼ਨਸ ਸਟਾਰਟ ਕਰਿਆ ਸੀ ਉਦੋਂ ਉਹਨਾਂ ਨੇ ਜਿਹੜੀ ਰੇਸ਼ੋ ਦੇ ਵਿੱਚ ਉਹ ਇਨਵੈਸਟਮੈਂਟ ਕਰੀ ਸੀ ਔਰ ਉਹਦਾ ਪ੍ਰੋਫਿਟ ਸ਼ੇਅਰ ਕਰਨ ਦਾ ਡਿਸੀਜ਼ਨ ਆਪਸ 'ਚ ਲਿਆ ਸੀ, ਉਹ ਕਿਹੜੀ ਰੇਸ਼ੋ ਸੀ? ਉਹ ਪੁਰਾਣੀ ਰੇਸ਼ੋ ਸੀ ਐਟ ਦੈਟ ਟਾਈਮ। ਐਂਡ ਨਾਓ they decide to change their ratio but they don't want to sold their project। ਉਹ ਆਪਣੀ ਰੇਸ਼ੋ ਜਿਹੜੀ ਹੈ ਚੇਂਜ ਕਰਨਾ ਚਾਹੁੰਦੇ ਆ ਬਟ ਉਹ ਅੱਜ ਆਪਣਾ ਪ੍ਰੋਜੈਕਟ ਸੇਲ ਨਹੀਂ ਕਰ ਰਹੇ। ਜੇ ਤਾਂ ਉਹ ਸੇਲ ਕਰ ਦਿੰਦੇ ਆ ਤਾਂ ਅੱਜ ਦਾ ਜੋ ਪ੍ਰੋਫਿਟ ਲਾਸ ਹੋਏਗਾ ਆਪਸ 'ਚ ਪੁਰਾਣੀ ਰੇਸ਼ੋ 'ਚ ਸ਼ੇਅਰ ਕਰ ਲੈਣਗੇ, ਉਸ ਤੋਂ ਬਾਅਦ ਪ੍ਰੋਜੈਕਟ ਖਤਮ ਹੋ ਜਾਏਗਾ, ਫਿਰ ਰੀਵੈਲਿਊਏਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਆਪਾਂ ਨੂੰ। ਲੇਕਿਨ ਅਗਰ ਉਹ ਆਪਣੇ ਪ੍ਰੋਜੈਕਟ ਨੂੰ ਸੇਲ ਨਹੀਂ ਕਰਨਾ ਚਾਹੁੰਦੇ and its market value may differ from their book value। ਹੁਣ ਇਹ ਕਿੱਥੋਂ ਪਤਾ ਲੱਗੂਗਾ? ਇਹ ਆਪਾਂ ਨੂੰ ਐਨਾਲਾਈਜ਼ ਕਰਨਾ ਪਊਗਾ। ਰਿਜ਼ਲਟ could be profit or loss, ਇਹ ਵੀ ਹੋ ਸਕਦਾ ਹੈ। when they decide to change their profit sharing ratio, profit or loss from revaluation of their project till the date shall distribute in their old profit sharing ratio। ਹੁਣ ਦੇਖੋ ਇੱਥੇ ਤੱਕ ਕੀ ਆ ਗਿਆ ਆਪਣੇ ਕੋਲ ਕਿ ਜਦੋਂ ਉਹਨਾਂ ਨੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕੀਤੀ, ਜੋ ਉਸ ਦਿਨ ਉਹਦੀ ਮਾਰਕੀਟ ਵੈਲਿਊ ਅਸੀਂ ਕੰਸੀਡਰ ਕਰਾਂਗੇ, ਲੱਭਾਂਗੇ ਔਰ ਉਸ ਨੂੰ ਬੁੱਕ ਵੈਲਿਊ ਨਾਲ ਕੰਪੇਅਰ ਕਰਾਂਗੇ, ਦੋਨਾਂ ਦਾ ਡਿਫਰੈਂਸ ਜਾਂ ਤਾਂ ਪ੍ਰੋਫਿਟ ਹੋਊਗਾ ਜਾਂ ਲਾਸ ਹੋਊਗਾ। ਉਹ ਪ੍ਰੋਫਿਟ ਔਰ ਲਾਸ ਜਿਹੜਾ ਹੋਏਗਾ ਉਹ ਆਪਣੀ ਪੁਰਾਣੀ ਰੇਸ਼ੋ ਦੇ ਵਿੱਚ ਜਿਹੜਾ ਹੈ ਵੰਡ ਲੈਣਗੇ। ਐਂਡ ਦਾ ਬੁੱਕ ਵੈਲਿਊ ਆਫ ਦੇਅਰ ਪ੍ਰੋਜੈਕਟ ਸ਼ੈਲ ਚੇਂਜ ਅਕੋਰਡਿੰਗ ਟੂ ਦਾ ਮਾਰਕੀਟ ਵੈਲਿਊ। ਹੁਣ ਇੱਥੇ ਕੀ ਹੈ, ਉਹਨਾਂ ਦਾ ਜੋ ਪ੍ਰੋਜੈਕਟ ਦੀ ਵੈਲਿਊ ਹੋਊਗੀ ਉਹ ਵੀ ਮਾਰਕੀਟ ਵੈਲਿਊ ਦੇ ਅਕੋਰਡਿੰਗਲੀ ਚੇਂਜ ਕਰ ਦਿੱਤੀ ਜਾਊਗੀ। ਇੱਥੇ ਇੱਕ ਐਕਸੈਪਸ਼ਨ ਹੈ, ਪਾਰਟਨਰਸ ਹੋ ਸਕਦਾ ਹੈ ਕਿ ਇਹ ਵੀ ਡਿਸੀਜ਼ਨ ਲੈ ਲੈਣ ਕਿ ਉਹ ਮਾਰਕੀਟ ਵੈਲਿਊ ਨੂੰ ਚੇਂਜ ਕਰਨਾ ਹੀ ਨਹੀਂ ਚਾਹੁੰਦੇ। ਇਹ ਵੀ ਆਪਣਾ ਕੰਸੈਪਟ ਆਊਗਾ, ਆਪਾਂ ਅੱਗੇ ਡਿਸਕਸ ਕਰਾਂਗੇ। ਹੁਣ ਇਸ ਸਿਸਟਮ ਦੇ ਲਈ ਜੋ ਇਹ ਰੀਵੈਲਿਊਏਸ਼ਨ ਦਾ ਸਾਰਾ ਸਿਸਟਮ ਹੈ, ਇਹ ਸਾਰਾ ਕੁਝ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ? ਰੀਵੈਲਿਊਏਸ਼ਨ ਅਕਾਊਂਟ ਜਿਹੜਾ ਹੈ ਆਪਾਂ ਨੂੰ ਇਹ ਬਣਾਉਣਾ ਪਏਗਾ। ਹੁਣ ਦੇਖਦੇ ਹਾਂ ਆਪਾਂ ਕਿ ਇਹ ਕਿਸ ਤਰ੍ਹਾਂ ਬਣੇਗਾ। ਰੀਵੈਲਿਊਏਸ਼ਨ ਅਕਾਊਂਟ ਨੋਮੀਨਲ ਅਕਾਊਂਟ ਦੀ ਰੂਲਿੰਗ ਦੇ ਅਕੋਰਡਿੰਗ ਬਣੇਗਾ। ਦੇਖੋ ਨੋਮੀਨਲ ਰੂਲਸ ਕੀ ਬੋਲਦੇ ਆ? ਡੈਬਿਟ ਆਲ ਐਕਸਪੈਂਸਿਸ ਐਂਡ ਲਾਸਿਸ, ਕ੍ਰੈਡਿਟ ਆਲ ਇਨਕਮ ਐਂਡ ਗੇਨ। ਹੁਣ ਅਸੀਂ ਡੈਬਿਟ ਸਾਈਡ ਦੇ ਉੱਪਰ ਉਹ ਸਾਰੀਆਂ ਆਈਟਮਸ ਰੱਖਣੀਆਂ ਨੇ ਜਿਨ੍ਹਾਂ ਦੇ ਨਾਲ ਨਾਲ ਫਰਮ ਨੂੰ ਕਿਸੇ ਕਿਸਮ ਦਾ ਕੋਈ ਲਾਸ ਹੋਏਗਾ। ਹੁਣ ਲਾਸ ਕਦੋਂ ਕਦੋਂ ਹੋਏਗਾ? ਟੂ ਐਸੈਟਸ, ਰਿਡਿਊਸਡ ਵੈਲਿਊ ਆਫ ਐਸੈਟ, ਰਿਡਿਊਸਡ ਵੈਲਿਊ। ਜਿਵੇਂ ਐਗਜ਼ਾਮਪਲ ਲਈਏ ਆਪਾਂ ਕਿ ਸਾਡੇ ਕੋਲ ਮਸ਼ੀਨ ਨਾਮ ਦੀ ਇੱਕ ਐਸੈਟ ਬੈਲੈਂਸ ਸ਼ੀਟ ਦੇ ਵਿੱਚ ਸਟੈਂਡ ਕਰਦੀ ਹੈ ਔਰ ਉਸ ਮਸ਼ੀਨ ਦੀ ਅੱਜ ਅਗਰ ਅਸੀਂ ਬੁੱਕ ਵੈਲਿਊ ਦੇਖੀਏ ਤਾਂ ਹੋ ਸਕਦਾ ਹੈ ਕਿ ਉਸ ਟਾਈਮ ਉਹ 1 ਲੱਖ ਰੁਪਇਆ ਸਟੈਂਡ ਕਰਦੀ ਸੀ, ਅੱਜ ਉਹ 80,000 ਰਹਿ ਗਈ, ਮੀਨਸ 20,000 ਉਹਦੀ ਵੈਲਿਊ ਡਿਕਰੀਜ਼ ਹੋ ਗਈ। ਸੋ ਇੱਥੇ ਅਸੀਂ ਕੀ ਲਿਖਣਾ? ਰਿਡਿਊਸਡ ਵੈਲਿਊ। ਦੇਖੋ ਤਾਂ ਹੀ ਵਰਡ ਲਿਖਿਆ ਰਿਡਿਊਸਡ ਵੈਲਿਊ ਆਫ ਐਸੈਟ, 20,000 ਆਏਗਾ ਇੱਥੇ, 80,000 ਨਹੀਂ ਲਿਖ ਦੇਣਾ ਗਲਤੀ ਨਾਲ। ਟੂ ਲਾਇਬਿਲਿਟੀਜ਼, ਲਾਇਬਿਲਿਟੀਜ਼ ਇਨਕਰੀਜ਼ਡ ਵੈਲਿਊ ਆਫ ਲਾਇਬਿਲਿਟੀਜ਼। ਹੁਣ ਦੇਖੋ ਲਾਇਬਿਲਿਟੀ ਖੜੀ ਕਦੇ ਇਨਕਰੀਜ਼ ਨਹੀਂ ਹੋ ਜਾਂਦੀ ਹੁੰਦੀ। ਇਹ ਇਨਕਰੀਜ਼ ਕਿਵੇਂ ਹੋ ਜਾਂਦੀ ਹੈ? ਹੋ ਸਕਦਾ ਕੋਈ ਇੰਟਰਸਟ ਵਗੈਰਾ ਸਾਨੂੰ ਪਾਉਣਾ ਹੀ ਰਹਿ ਗਿਆ ਬੁੱਕਸ ਦੇ ਵਿੱਚ ਤਾਂ ਅਸੀਂ ਉਹ ਇੱਥੇ ਲਿਖ ਸਕਦੇ ਹਾਂ, ਜਾਂ ਸਾਡੇ ਉੱਪਰ ਕੋਈ ਅਨਕਲੇਮਡ ਲਾਇਬਿਲਿਟੀਜ਼ ਹੁੰਦੀਆਂ ਨੇ ਪਹਿਲਾਂ, ਜਾਂ ਅਨਫੋਰਸੀਨ ਲਾਇਬਿਲਿਟੀਜ਼ ਹੁੰਦੀ ਹੈ, ਜਾਂ ਕੋਈ ਅਨਰਿਕਾਰਡਡ ਲਾਇਬਿਲਿਟੀ ਹੋਊਗੀ ਜਿਹੜੀ ਸਾਡੇ ਧਿਆਨ 'ਚ ਨਹੀਂ ਆਈ, ਅਸੀਂ ਉਹਨੂੰ ਰਿਕਾਰਡ ਨਹੀਂ ਕੀਤਾ, ਜਾਂ ਕਿ ਸਡਨਲੀ ਸਾਡੇ ਉੱਪਰ ਇੱਕ ਨਵੀਂ ਲਾਇਬਿਲਿਟੀ ਕ੍ਰੀਏਟ ਹੋਈ ਹੈ। ਜਿਵੇਂ ਕੋਰਟ ਕੇਸ ਹੋ ਜਾਂਦੇ ਆ ਸਾਡੇ ਖਿਲਾਫ, ਜਿਹੜੀ ਕੋਰਟ ਦੇ ਵਿੱਚ ਕਿਸੇ ਨੇ ਕੇਸ ਕੀਤਾ ਸੀ ਕਸਟਮਰ ਨੇ ਔਰ ਉਹਦੀ ਪੈਨਲਟੀ ਕੋਰਟ ਨੇ ਸਾਨੂੰ ਲਗਾ ਦਿੱਤੀ, ਉਹ ਸਾਡੇ ਉੱਪਰ ਇੱਕ ਨਵੀਂ ਲਾਇਬਿਲਿਟੀ ਆ ਜਾਂਦੀ ਹੈ, ਉਹਨੂੰ ਕਲੇਮ ਕਹਿ ਦਿੱਤਾ ਜਾਂਦਾ। ਸੋ ਉਹ ਵੀ ਸਾਡਾ ਨੁਕਸਾਨ ਹੈ, ਡੈਬਿਟ ਸਾਈਡ 'ਤੇ ਆਏਗਾ।
ਕ੍ਰੈਡਿਟ ਸਾਈਡ ਤੇ ਕੀ ਆਊਗਾ, ਉਹ ਫਾਇਦੇ ਜਿਨ੍ਹਾਂ ਦੇ ਨਾਲ ਫਰਮ ਨੂੰ ਫਾਇਦਾ ਹੋਇਆ। ਫਰਮ ਨੂੰ ਫਾਇਦਾ ਕਿੱਥੋਂ ਹੋਏਗਾ, ਅਗਰ ਐਸੈਟ ਦੀ ਵੈਲਿਊ ਵਧੂਗੀ ਜਾਂ ਲਾਇਬਿਲਿਟੀ ਦੀ ਵੈਲਿਊ ਘਟੂਗੀ। ਦੇਖੋ ਐਸੈਟ ਦੀ ਵੈਲਿਊ ਵੱਧਦੀ ਕਦੋਂ ਹੈ, ਓਬਵੀਅਸ ਅਗਰ ਅਸੀਂ ਲੈਂਡ ਬਿਲਡਿੰਗ ਵਗੈਰਾ ਖਰੀਦਿਆ ਹੋਇਆ ਤਾਂ ਉਹਦੀ ਮਾਰਕੀਟ ਵੈਲਿਊ ਇਨਹੈਂਸ ਕਰ ਸਕਦੀ ਹੈ। ਲਾਇਬਿਲਿਟੀਜ਼ ਕਦੋਂ ਡਿਕਰੀਜ਼ ਹੁੰਦੀ ਹੈ, ਕੋਈ ਨਾ ਕੋਈ ਹੋ ਸਕਦਾ ਕਿ ਆਪਣਾ ਕਲੇਮ ਛੱਡ ਜਾਂਦੇ ਆ ਜਾਂ ਅਨਟਰੇਸ ਹੋ ਜਾਂਦੇ ਆ ਸਾਡੇ ਕ੍ਰੈਡੀਟਰਸ ਵਗੈਰਾ, ਕਿ ਬੰਦਾ ਹੀ ਮਰ ਗਿਆ ਔਰ ਉਹਦਾ ਕਲੇਮ ਲੈਣ ਕੋਈ ਵੀ ਨਹੀਂ ਆਇਆ। ਸੋ ਇਸ ਕਰਕੇ ਉਹ ਅਨਟਰੇਸਡ ਹੋ ਜਾਂਦੇ ਆ, ਉਹਦੇ ਨਾਲ ਸਾਡੀ ਲਾਇਬਿਲਿਟੀ ਕੀ ਹੈ, ਡਿਕਰੀਜ਼ ਹੋ ਜਾਂਦੀ ਹੈ, ਫਰਮ ਨੂੰ ਫਾਇਦਾ ਹੋ ਜਾਂਦਾ। ਸੋ ਜੋ ਸਾਡਾ ਇਸ ਅਕਾਊਂਟ ਦੇ ਵਿੱਚੋਂ ਫਾਇਦਾ ਜਾਂ ਨੁਕਸਾਨ, ਪ੍ਰੋਫਿਟ ਔਰ ਲਾਸ ਨਿਕਲ ਕੇ ਆਊਗਾ, ਉਹ ਅਸੀਂ ਪਾਰਟਨਰਸ ਦੇ ਕੈਪੀਟਲ ਅਕਾਊਂਟ ਦੇ ਥਰੂ ਡੀਲ ਕਰਾਂਗੇ ਔਰ ਉਹਨਾਂ ਦੀ ਓਲਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਡਿਵਾਈਡ ਕਰਾਂਗੇ। ਇੱਧਰਲੀ ਸਾਈਡ 'ਤੇ ਅਸੀਂ ਪ੍ਰੋਫਿਟ ਵੰਡਣਾ ਹੈ, ਇਸ ਸਾਈਡ 'ਤੇ ਅਸੀਂ ਨੁਕਸਾਨ ਵੰਡਾਂਗੇ, ਕਿਉਂਕਿ ਇਹ ਆਈਟਮਸ ਜਿਹੜੀਆਂ ਨੇ ਸਾਡੀਆਂ ਫਾਇਦੇ ਦੀਆਂ ਪਲੱਸ ਦੀਆਂ ਆਈਟਮਸ ਨੇ। ਪਲੱਸ ਦੇ ਵਿੱਚੋਂ ਇਹ ਮਾਈਨਸ ਅਸੀਂ ਕਰਾਂਗੇ, ਸੋ ਸਾਡੇ ਕੋਲ ਕੀ ਆਏਗਾ, ਪ੍ਰੋਫਿਟ ਨਿਕਲ ਕੇ ਆਊਗਾ, ਉਹ ਅਸੀਂ ਪਾਰਟਨਰ ਦੇ ਵਿੱਚ ਡਿਵਾਈਡ ਕਰ ਦਾਂਗੇ। ਸੋ ਦੇयर ਆਰ ਟੂ ਮੈਥਡਸ ਟੂ ਪ੍ਰਿਪੇਅਰ ਰੀਵੈਲਿਊਏਸ਼ਨ ਅਕਾਊਂਟ। When altered values are to be recorded in the books of accounts and when partners do not want to change the value of assets and liabilities of in their books। ਦੇਖੋ ਇਹਦੀ ਹੀ ਆਪਾਂ ਗੱਲ ਕਰ ਰਹੇ ਸੀ। ਐਕਸੈਪਸ਼ਨ ਇੱਕ ਹੋ ਸਕਦੀ ਹੈ ਕਿ ਜਦੋਂ ਪਾਰਟਨਰਸ ਉਹਨਾਂ ਕਿਤਾਬਾਂ ਦੇ ਵਿੱਚ ਆਪਣੀਆਂ ਉਸ ਐਸੈਟਸ ਐਂਡ ਲਾਇਬਿਲਿਟੀਜ਼ ਦੀਆਂ ਰਿਵਾਈਜ਼ਡ ਵੈਲਿਊ ਨੂੰ ਜਿਹੜਾ ਹੈ ਰਿਕਾਰਡ ਨਹੀਂ ਕਰਨਾ ਚਾਹੁੰਦੇ, ਮਤਲਬ ਕਿ ਉਹ ਵੈਲਿਊਜ਼ ਨੂੰ ਚੇਂਜ ਹੀ ਨਹੀਂ ਕਰਨਾ ਚਾਹੁੰਦੇ। ਆਪਾਂ ਐਗਜ਼ਾਮਪਲ ਲਈ ਸੀ ਇੱਕ ਲੈਂਡ ਦੀ ਜੋ ਕਿ 25 ਲੱਖ ਰੁਪੀਸ ਦੀ ਬਾਈ ਕੀਤੀ ਸੀ, ਅੱਜ ਉਸ ਦੀ ਵੈਲਿਊ 40% ਇਨਕਰੀਜ਼ ਕਰ ਗਈ, ਮਤਲਬ ਕਿ ਬਾਏ ਰੂਲ ਉਸ ਦੀ ਵੈਲਿਊ 35 ਲੱਖ ਹੋਣੀ ਚਾਹੀਦੀ ਹੈ, ਹੈਗੀ ਵੀ ਅਗਰ ਮਾਰਕੀਟ ਕੰਸੀਡਰ ਕਰੀਏ, ਬਟ ਅਸੀਂ ਬੁੱਕਸ ਦੇ ਵਿੱਚ 35 ਲੱਖ ਨਹੀਂ ਰੱਖਣਾ। ਹੁਣ ਜਿਹੜਾ ਪਹਿਲਾ ਮੈਥਡ ਹੈ ਇਸ ਦੇ ਅਕੋਰਡਿੰਗ ਨਵੀਆਂ ਬੁੱਕਸ ਦੇ ਵਿੱਚ ਲੈਂਡ ਦੀ ਵੈਲਿਊ 35 ਲੱਖ ਹੋ ਜਾਏਗੀ ਔਰ ਅਸੀਂ 10 ਲੱਖ ਜਿਹੜਾ ਹੈ ਸਾਡਾ ਇਨਕਰੀਜ਼ ਕੀਤਾ ਉਹ ਅਸੀਂ ਇੱਥੇ ਰੱਖ ਦਾਂਗੇ। ਔਰ ਜੇਕਰ ਸੈਕਿੰਡ ਕੇਸ ਦੇ ਅਕੋਰਡਿੰਗ ਚੱਲੀਏ ਕਿ ਅਸੀਂ ਉਹਦੀਆਂ ਵੈਲਿਊਜ਼ ਨੂੰ ਚੇਂਜ ਹੀ ਨਹੀਂ ਕਰਨਾ, ਸੋ ਇੱਥੇ ਸਾਡੀ ਅਕਾਊਂਟਿੰਗ ਲਿਟਲ ਬਿਟ ਚੇਂਜ ਹੋ ਜਾਂਦੀ ਹੈ। ਆਪਾਂ ਦੋਨਾਂ ਦੇ ਦੇਖਦੇ ਹਾਂ ਕਿਸ ਤਰ੍ਹਾਂ ਅਸੀਂ ਸੋਲਵ ਕਰਨਾ ਕੁਐਸਚਨ। ਪਹਿਲਾਂ ਅਸੀਂ ਜਰਨਲ ਐਂਟਰੀਜ਼ ਜੋ ਅਸੀਂ ਉਧਰ ਰੀਵੈਲਿਊਏਸ਼ਨ ਅਕਾਊਂਟ 'ਚ ਸ਼ਿਫਟ ਕੀਤੀਆਂ, ਉਹਦੀਆਂ ਕੁਝ ਜਰਨਲ ਐਂਟਰੀਜ਼ ਬਣਦੀਆਂ ਨੇ, ਉਹ ਕਿਸ ਤਰ੍ਹਾਂ ਬਣ ਗਈਆਂ। ਰੀਵੈਲਿਊਏਸ਼ਨ ਅਕਾਊਂਟ ਡੈਬਿਟ ਟੂ ਐਸੈਟਸ। ਦੇਖੋ ਐਸੈਟ ਜੋ ਹੈ ਕ੍ਰੈਡਿਟ ਹੋ ਰਹੀ ਹੈ, ਐਸੈਟ ਦਾ ਕ੍ਰੈਡਿਟ ਹੋਣਾ ਮੀਨਸ ਅਸੀਂ ਰੀਅਲ ਅਕਾਊਂਟ ਨੂੰ ਥੋੜ੍ਹਾ ਜਿਹਾ ਧਿਆਨ ਰੱਖੀਏ ਕੀ ਬੋਲਦਾ ਸੀ, ਡੈਬਿਟ ਵਟ ਕਮਜ਼ ਇਨ, ਕ੍ਰੈਡਿਟ ਵਟ ਗੋਜ਼ ਆਊਟ। ਅਗਰ ਅਸੀਂ ਇਹੀ ਚੀਜ਼ ਨੂੰ ਮਾਡਰਨ ਅਕਾਊਂਟਿੰਗ ਕੰਸੈਪਟ ਦੇ ਵਿੱਚ ਜਾਈਏ ਤਾਂ ਐਸੈਟ ਪਲੱਸ ਹੁੰਦੀ ਹੈ ਤਾਂ ਡੈਬਿਟ ਹੋਊਗੀ, ਮਾਈਨਸ ਹੁੰਦੀ ਹੈ ਤਾਂ ਮੀਨਸ ਕ੍ਰੈਡਿਟ ਹੈ। ਅਗਰ ਐਸੈਟ ਕ੍ਰੈਡਿਟ ਹੋ ਰਹੀ ਹੈ ਇਟ ਮੀਨਸ ਐਸੈਟ ਰਿਡਿਊਸ ਹੋ ਰਹੀ ਹੈ। ਇਹੀ ਅਸੀਂ ਇੱਥੇ ਲਿਖਿਆ ਕਿ ਡਿਕਰੀਜ਼ਡ ਵੈਲਿਊ ਆਫ ਦਾ ਐਸੈਟ। ਅਸੀਂ ਕੀ ਕੀਤਾ, ਰੀਵੈਲਿਊਏਸ਼ਨ ਅਕਾਊਂਟ ਨੂੰ ਡੈਬਿਟ ਕਰ ਦਿੱਤਾ ਔਰ ਟੂ ਐਸੈਟ ਲਿਖ ਦਿੱਤਾ। ਟੂ ਵਾਲੀ ਸਾਈਡ ਕਿਹੜੀ ਹੁੰਦੀ ਹੈ, ਡੈਬਿਟ ਸਾਈਡ ਹੁੰਦੀ ਹੈ, ਅਸੀਂ ਉੱਥੇ ਵੀ ਇਹੀ ਲਿਖਿਆ ਸੀ। ਐਸੈਟ ਅਕਾਊਂਟ ਡੈਬਿਟ ਟੂ ਰੀਵੈਲਿਊਏਸ਼ਨ ਅਕਾਊਂਟ। ਇਹ ਜਰਨਲ ਐਂਟਰੀ ਕਦੋਂ ਆਊਗੀ, ਐਸੈਟਸ ਡੈਬਿਟ ਹੋ ਰਹੀਆਂ ਨੇ ਮਤਲਬ ਕਿ ਵੱਧ ਰਹੀ ਹੈ ਐਸੈਟ, ਇਨਕਰੀਜ਼ਡ ਪਾਰਟ ਆਫ ਐਸੈਟ ਰੀਵੈਲਿਊਏਸ਼ਨ 'ਚ ਸ਼ਿਫਟ ਹੋ ਗਿਆ ਕਿਹੜੀ ਸਾਈਡ 'ਤੇ, ਕ੍ਰੈਡਿਟ ਸਾਈਡ 'ਤੇ। ਇਹ ਕੀ ਹੋਇਆ ਸੀ, ਇਨਕਰੀਜ਼ ਇਨ ਦਾ ਵੈਲਿਊ ਆਫ ਐਸੈਟ। ਨੈਕਸਟ ਹੈ ਰੀਵੈਲਿਊਏਸ਼ਨ ਅਕਾਊਂਟ ਡੈਬਿਟ ਟੂ ਲਾਇਬਿਲਿਟੀਜ਼। ਹੁਣ ਲਾਇਬਿਲਿਟੀ ਕ੍ਰੈਡਿਟ ਹੋ ਰਹੀ ਹੈ, ਲਾਇਬਿਲਿਟੀ ਦਾ ਕ੍ਰੈਡਿਟ ਹੋਣਾ ਮੀਨਸ ਲਾਇਬਿਲਿਟੀ ਦਾ ਵਧਣਾ, ਔਰ ਲਾਇਬਿਲਿਟੀ ਜੇ ਵੱਧ ਜਾਵੇ ਤਾਂ ਫਰਮ ਨੂੰ ਹੋਊਗਾ ਨੁਕਸਾਨ। ਉਹ ਕਿਹੜੀ ਸਾਈਡ 'ਤੇ ਆਊਗਾ, ਡੈਬਿਟ ਸਾਈਡ 'ਤੇ। ਤਾਂ ਕੀ ਲਿਖਾਂਗੇ ਅਸੀਂ, ਟੂ ਲਾਇਬਿਲਿਟੀ, ਇਨਕਰੀਜ਼ ਇਨ ਦਾ ਵੈਲਿਊ ਆਫ ਲਾਇਬਿਲਿਟੀਜ਼। ਸਿਮਿਲਰ ਲਾਇਬਿਲਿਟੀ ਡਿਕਰੀਜ਼ ਵੀ ਹੋ ਸਕਦੀ ਹੈ, ਸੋ ਲਾਇਬਿਲਿਟੀ ਡਿਕਰੀਜ਼ ਹੋਏਗੀ ਤਾਂ ਡੈਬਿਟ ਹੋਏਗੀ। ਟੂ ਰੀਵੈਲਿਊਏਸ਼ਨ ਅਕਾਊਂਟ ਕਰਾਂਗੇ ਅਸੀਂ, ਰੀਵੈਲਿਊਏਸ਼ਨ ਅਕਾਊਂਟ 'ਚ ਬਾਏ ਲਾਇਬਿਲਿਟੀ ਆਏਗਾ, ਫਰਮ ਨੂੰ ਫਾਇਦਾ ਹੋ ਜਾਏਗਾ ਇਸ ਨਾਲ। ਔਰ ਅਸੀਂ ਕੀ ਲਿਖਿਆ ਨਰੇਸ਼ਨ 'ਚ, ਡਿਕਰੀਜ਼ਡ ਵੈਲਿਊ ਆਫ ਲਾਇਬਿਲਿਟੀ। ਹੁਣ ਜੇ ਤਾਂ ਹੋਇਆ ਫਾਇਦਾ ਜਾਂ ਹੋਇਆ ਨੁਕਸਾਨ, ਉਹ ਅਸੀਂ ਕਿੱਥੇ ਲੈ ਕੇ ਜਾਣਾ, ਪਾਰਟਨਰ ਦੇ ਕੈਪੀਟਲ ਅਕਾਊਂਟ ਦੇ ਵਿੱਚ ਸ਼ਿਫਟ ਕਰਨੀ ਐਂਟਰੀ। ਫਸਟ ਐਂਟਰੀ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਰੀਵੈਲਿਊਏਸ਼ਨ ਅਕਾਊਂਟ। ਕੈਪੀਟਲ ਅਕਾਊਂਟ ਦਾ ਡੈਬਿਟ ਹੋਣ ਦਾ ਮਤਲਬ ਕਿ ਕੈਪੀਟਲ ਰਿਡਿਊਸ ਹੋ ਗਈ, ਕਿਉਂਕਿ ਕੈਪੀਟਲ ਵੀ ਲਾਇਬਿਲਿਟੀ ਹੁੰਦੀ ਹੈ ਸਾਡੀ, ਔਰ ਲਾਇਬਿਲਿਟੀ ਜਦੋਂ ਘਟਦੀ ਹੈ ਤਾਂ ਡੈਬਿਟ ਹੋਏਗੀ। ਕਲੀਅਰ। ਟੂ ਰੀਵੈਲਿਊਏਸ਼ਨ ਅਕਾਊਂਟ being loss on a revaluation account transferred to partners capital account in their old profit sharing ratio। ਜੋ loss ਸੀ ਅਸੀਂ ਉਹਨਾਂ ਦੀ old profit sharing ratio 'ਚ
ਵੰਡ ਦਿੱਤਾ। ਸਿਮਿਲਰ ਅਗਰ ਪ੍ਰੋਫਿਟ ਆਇਆ ਤਾਂ ਅਸੀਂ ਰੀਵੈਲਿਊਏਸ਼ਨ ਅਕਾਊਂਟ ਡੈਬਿਟ ਕਰਕੇ ਟੂ ਪਾਰਟਨਰਸ ਕੈਪੀਟਲ ਅਕਾਊਂਟ ਕਰ ਦਿੱਤਾ ਔਰ ਉਸ ਨੂੰ ਅਸੀਂ ਪਾਰਟਨਰ ਦੀ ਓਲਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਡਿਵਾਈਡ ਕਰ ਦਿੱਤਾ। ਕੁਛ ਨਵਾਂ ਨਹੀਂ ਕੀਤਾ ਆਪਾਂ। ਦੇਖੋ ਜੋ ਸਾਡਾ ਰੀਵੈਲਿਊਏਸ਼ਨ ਅਕਾਊਂਟ ਸੀ ਅਸੀਂ ਉਸ ਅਕਾਊਂਟ ਦੀਆਂ ਜਿਹੜੀਆਂ ਹੈ ਜਰਨਲ ਐਂਟਰੀਜ਼ ਬਣਾਈਆਂ, ਆਪਾਂ ਹੋਰ ਕੁਛ ਨਹੀਂ ਕੀਤਾ। ਕਲੀਅਰ। ਨੈਕਸਟ ਆਪਾਂ ਦੇਖਦੇ ਹਾਂ ਕਿ ਅਗਰ ਸਾਡਾ ਫਸਟ ਮੈਥਡ ਸੀ ਅਗਰ ਪਾਰਟਨਰਸ ਜਿਹੜੀਆਂ ਨੇ ਆਪਣੀਆਂ ਬੁੱਕ ਵੈਲਿਊਜ਼ ਨੂੰ ਚੇਂਜ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ, ਆਪਾਂ ਦੇਖਦੇ ਹਾਂ ਕਿ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਰਿਕਾਰਡ ਕਰਨਾ। ਪਹਿਲਾਂ ਆਪਾਂ ਕੁਐਸਚਨ ਨੂੰ ਅੰਡਰਸਟੈਂਡ ਕਰਨਾ। ਤੁਸੀਂ ਇਸ ਕੁਐਸਚਨ ਨੂੰ ਨੋਟ ਕਰ ਸਕਦੇ ਹੋ ਕਿਤੇ ਨਾ ਕਿਤੇ, ਕਿਉਂਕਿ ਅੱਗੇ ਆਪਾਂ ਜਦੋਂ ਜਾਵਾਂਗੇ ਉਹਨੂੰ ਸੋਲਵ ਕਰਾਂਗੇ ਸੋ ਤੁਹਾਡੇ ਧਿਆਨ 'ਚ ਰਹੂਗਾ ਇਹ। A and B are equal partners from 1st April 2019. They decide to change their profit sharing ratio 3:2। देखो पुरानी रेशो की है 1:1, न्यू रेशो की हो जाएगी 3:2। फ्रॉम द फॉलोइंग बैलेंस शीट ਦਿੱਤੀ ਹੋਈ ਆਪਾਂ ਨੂੰ ਕੀ ਦਿੱਤਾ, ਪਲਾਂਟ ਐਂਡ ਮਸ਼ੀਨ 1,50,000, ਸਟਾਕ 50,000 ਦਾ, ਡੈਟਰਸ 25,000 ਦੇ, लैंड 2 लाख रुपीज़ ਦੀ। और कैपिटल की गल करिए 2 लाख रुपीज़ ए दी है, 1,50,000 बी दी है। रिजर्व एंड सरप्लस पे 50,000 दे, क्रैडिटर्स साढ़े कोल है 25,000 दे। एडजस्टमेंट्स दे विच की दिता कि प्लांट एंड मशीनरी जिहड़ी है वो डेप्रीशिएट हो रही है 2% नाल, मतलब वो वैल्यू डाउन हो रही है। स्टॉक रीवैल्यूड होया 48,000 का, स्टॉक की ओरिजिनल वैल्यू 50,000 सी, हुण मार्केट वैल्यू की है 48,000 है। प्रोविजन फॉर बैड एंड डाउटफुल डैट्स क्रिएट करनी आपां 5% ऑन डैटर्स। उम्मीद है कि 5% ਜਿਹੜੇ है साडे डाउटफुल होणगे, बैड हो सकते हैं, सानू ये पैसा नहीं मिलेगा। सो साडा एक पॉसीबल लॉस है, हो सकता है नहीं भी हो सकता, बट रिकॉर्ड सानू करना ही पैना है। लैंड वैल्यू हो रही है 2,20,000 की, जो कि पुरानी वैल्यू कितनी सी 2 लाख रुपीज़ की। इत्थे फर्म नू फायदा हो रहा है। अ बिल ऑफ परचेज ऑफ गुड्स 5,000 वाज अमिटेड फ्रॉम द बुक्स। देखो बिल जिहड़ा है 2,000 रुपए का, सॉरी 5,000 रुपीज़ का, ये बुक्स दे विचों ओमिट हो गया। हुण सानू रिकॉर्ड करना पऊगा। ठीक है, फर्म दे लई एक नवी लाइबिलिटी खड़ गई, सो नुकसान हो गया। क्लेम फॉर डैमेज अगेंस्ट फर्म फॉर 3,750 इज़ नाउ एडमिटेड। क्लेम एडमिट हो गया एक नवा 3,750 रुपीज़ का। प्रिपेयर रीवैल्यूएशन अकाउंट, पार्टनर्स कैपिटल अकाउंट एंड बैलेंस शीट ऑफ द रिकॉन्स्टिट्यूटेड फर्म when partner want to record the alter value of assets and liabilities in their books। ਜਦੋਂ ਉਹ ਰਿਕਾਰਡ ਕਰਨਾ ਚਾਹੁੰਦੇ ਆ ਉਦੋਂ ਅਸੀਂ ਅਕਾਊਂਟਿੰਗ ਕਿਵੇਂ ਕਰਨੀ ਹੈ। ਹੁਣ ਅਸੀਂ ਬਣਾਈਏ ਪਹਿਲਾਂ ਰੀਵੈल्यूएशन ਅਕਾਊਂਟ। ਦੇਖੋ ਸਾਡੇ ਕੁਐਸਚਨ ਦੇ ਅਕੋਰਡਿੰਗ ਸਿਰਫ ਲੈਂਡ ਐਂਡ ਬਿਲਡਿੰਗ ਦੀ ਵੈਲਿਊ ਹੀ ਇਨਕਰੀਜ਼ ਕਰ ਰਹੀ ਸੀ 20,000, ਉਹ ਸਾਡਾ ਫਾਇਦਾ ਹੋ ਗਿਆ, ਅਸੀਂ ਕ੍ਰੈਡਿਟ ਸਾਈਡ ਤੇ ਰਿਕਾਰਡ ਕਰ ਲਿਆ। ਜਿਸ ਚੀਜ਼ 'ਚੋਂ ਸਾਨੂੰ ਨੁਕਸਾਨ ਹੋਇਆ, प्लांट एंड मशीन डेप्रीशिएट हो रही सी, असी डेप्रीशिएट वैल्यू कढ़ के लिख दी। स्टॉक साडा 2,000 रुपीज़ दे नाल डाउन होया सी, असी वो लिख दिता। प्रोविजन जिहड़ी असी क्रिएट करनी सी डैटर दे उपर परसेंटेज लगा के असी वो क्रिएट कर ली। क्रैडिटर्स देखो नवी लाइबिलिटी जिहड़ी परचेजेस दा बिल एक ओमिट हो गया सी 5,000 का, ये साडी एक नवी लाइबिलिटी खड़ूगी। सो ये लाइबिलिटी सानू क्रैडिटर्स दे विच प्लस करनी पैनी है। ठीक है, सो ए असी प्लस कर दी। नवी लाइबिलिटी 3,750 की क्लेम फॉर डैमेज जिहड़ा है ये भी क्रिएट हो गया नवा। सो अगर असी प्लस माइनस करिए साडे कोल 5,000 रुपीज़ का बैलेंस बचता है, जो कि साडा प्रॉफिट है क्योंकि साडा गेन ज़्यादा है। सो ये प्रॉफिट असी पार्टनर दे विच ओल्ड प्रॉफिट शेयरिंग रेशो च डिवाइड कर दिता। क्लीयर। हुण असी बनाने पार्टनर दे कैपिटल अकाउंट। ऑलरेडी असी सीखे होया कि किवें बनने आ। बैलेंस ब्रोड डाउन असी उठावांगे, दोनों की कैपिटल लिख दी। देखो जो डैबिट साइड ते आइटम्स ने वो घूम के इस साइड ते आ जाएंगियां, जेकर इस साइड ते कुछ हुंदा तो वह घूम के इस साइड ते आ जाएगा। क्लीयर। इस तरह जो अकाउंटिंग है वो अपने आप नू चेंज कर दी है। सो आपां की देखना है कि ओपनिंग बैलेंस असी लिख दिते, रीवैल्यूएशन अकाउंट का जो प्रॉफिट वंडिया सी वो असी दोनों पासे लिख दिता। ਹੁਣ देखो फर्म कोल एक रिजर्व पे सी 50,000 ਦੇ। ਹੁਣ ਇਹਦੇ ਬਾਰੇ ਕੁਛ ਨਹੀਂ ਸੀ ਲਿਖਿਆ ਹੋਇਆ
ਕਿ ਪਾਰਟਨਰ ਉਹਨੂੰ ਵੰਡਣਾ ਚਾਹੁੰਦੇ ਆ ਕਿ ਨਹੀਂ ਵੰਡਣਾ ਚਾਹੁੰਦੇ। ਸੋ ਅਸੀਂ ਕੀ ਅਜ਼ਿਊਮ ਕਰਕੇ ਚੱਲਾਂਗੇ ਕਿ ਪਾਰਟਨਰਸ ਇੱਥੇ ਆ ਕੇ ਰਿਜ਼ਰਵ ਨੂੰ ਵੰਡ ਲੈਂਦੇ। ਜਦੋਂ ਕੁਝ ਨਹੀਂ ਲਿਖਿਆ ਹੁੰਦਾ ਤਾਂ ਆਪਾਂ ਵੰਡ ਹੀ ਦੇਣੇ ਆ। ਹਾਂ, ਜੇ ਸਪੈਸੀਫਿਕ ਉਹਦੇ ਬਾਰੇ ਕੁਝ ਲਿਖਿਆ ਹੋਵੇ ਤਾਂ ਅਸੀਂ ਜੋ ਲਿਖਿਆ ਫਿਰ ਉਵੇਂ ਹੀ ਅਸੀਂ ਟਰੀਟਮੈਂਟ ਕਰਨਾ ਹੋਏਗਾ। ਸੋ ਪਲੱਸ ਮਾਈਨਸ ਕਰਾਂਗੇ, ਜੋ ਸਾਡਾ ਬੈਲੈਂਸ ਆਊਗਾ ਉਹ ਅਸੀਂ ਕੈਰੀ ਡਾਊਨ ਦੇ ਤੌਰ 'ਤੇ ਲਿਖ ਦਾਂਗੇ। ਕਲੀਅਰ। ਹੁਣ ਅਸੀਂ ਦੇਖਾਂਗੇ ਬੈਲੈਂਸ ਸ਼ੀਟ ਕਿਵੇਂ ਬਣਨੀ ਹੈ। ਬੈਲੈਂਸ ਸ਼ੀਟ ਦੇ ਵਿੱਚ ਪਲਾਂਟ ਐਂਡ ਮਸ਼ੀਨ ਦੀ ਵੈਲਿਊ ਜੋ ਹੈ ਅਪਡੇਟ ਹੋ ਗਈ, ਡੈਪਰੀਸ਼ੀਏਸ਼ਨ ਮਾਈਨਸ ਹੋ ਗਈ ਉਸ ਦੇ ਵਿੱਚੋਂ, ਸਟਾਕ ਦੀ ਵੈਲਿਊ ਅਪਡੇਟ ਹੋ ਗਈ 48,000 ਰਹਿ ਗਈ, ਡੈਟਰਸ ਦੇ ਵਿੱਚੋਂ ਅਸੀਂ ਪ੍ਰੋਵੀਜ਼ਨ ਮਾਈਨਸ ਕਰ ਦਿੱਤੀ, ਇਹਦੀ ਐਗਜ਼ੈਕਟ ਵੈਲਿਊ ਆ ਗਈ, ਲੈਂਡ ਦੀ ਵੈਲਿਊ ਜੋ ਮਾਰਕੀਟ ਇਨਕਰੀਜ਼ ਕਰ ਗਿਆ ਸੀ ਅਸੀਂ ਉਹਦੇ ਅਕੋਰਡਿੰਗ ਲਿਖ ਦਿੱਤੀ, ਕੈਪੀਟਲ ਅਕਾਊਂਟ ਦੇ ਨਿਊ ਬੈਲੈਂਸਸ ਜੋ ਆਏ ਸੀ ਅਸੀਂ ਉਹ ਲਿਖ ਦਿੱਤੇ, ਕ੍ਰੈਡੀਟਰਸ ਦੇ ਵਿੱਚ ਇੱਕ ਬਿੱਲ ਰਹਿ ਗਿਆ ਸੀ ਪਾਉਣ ਤੋਂ ਅਸੀਂ ਉਹ ਲਿਖ ਦਿੱਤਾ ਐਡ ਕਰਕੇ, ਔਰ ਇੱਕ ਨਵੀਂ ਲਾਇਬਿਲਿਟੀ ਜੋ ਡੈਮੇਜ ਕਲੇਮ ਦੀ ਹੋਈ ਅਸੀਂ ਉਹ ਵੀ ਲਿਖ ਦਿੱਤੀ। ਸੋ ਅਸੀਂ ਟੋਟਲ ਕਰਾਂਗੇ, ਸਾਡੀ ਬੈਲੈਂਸ ਸ਼ੀਟ ਕੀ ਹੈ, ਬਰਾਬਰ ਹੈ। ਦੇਖੋ ਇੱਥੋਂ ਕੀ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਜੋ ਰਿਵਾਈਜ਼ਡ ਵੈਲਿਊਜ਼ ਹੁੰਦੀਆਂ ਨੇ ਉਹ ਬੁੱਕਸ ਦੇ ਵਿੱਚ ਰਿਕਾਰਡ ਹੋ ਜਾਂਦੀਆਂ ਨੇ, ਮਤਲਬ ਕਿ ਵੈਲਿਊਜ਼ ਚੇਂਜ ਹੋ ਜਾਂਦੀਆਂ। ਦੇਖੋ ਪਲਾਂਟ ਐਂਡ ਮਸ਼ੀਨ ਦੀ ਵੈਲਿਊ ਚੇਂਜ ਹੋ ਗਈ, ਸਟਾਕ, ਡੈਟਰ, ਲੈਂਡ, ਐਵਰੀਥਿੰਗ ਚੇਂਜ ਹੋ ਗਿਆ, ਔਰ ਜੋ ਚੇਂਜਸ ਸੀ ਉਹ ਅਸੀਂ ਥਰੂ ਰੀਵੈਲਿਊਸ਼ਨ ਅਕਾਊਂਟ ਕੱਢ ਦਿੱਤੇ, ਪ੍ਰੋਫਿਟ ਲਾਸ ਅਸੀਂ ਪਾਰਟਨਰਸ ਦੇ ਵਿੱਚ ਵੰਡ ਦਿੱਤਾ। ਹੁਣ ਨੈਕਸਟ ਅਸੀਂ ਦੇਖੀਏ ਕਿ ਇਫ ਪਾਰਟਨਰਸ ਡੂ ਨਾਟ ਵਾਂਟ ਟੂ ਚੇਂਜ ਦਾ ਵੈਲਿਊ ਆਫ ਐਸੈਟਸ ਐਂਡ ਲਾਇਬਿਲਿਟੀਜ਼, ਅਗਰ ਪਾਰਟਨਰਸ ਨਹੀਂ ਚਾਹੁੰਦੇ ਕਿ ਉਹ ਐਸੈਟ ਤੇ ਲਾਇਬਿਲਿਟੀਜ਼ ਦੀ ਵੈਲਿਊ ਨੂੰ ਚੇਂਜ ਕਰਨ ਆਪਣੀਆਂ ਕਿਤਾਬਾਂ ਦੇ ਵਿੱਚ, ਫਿਰ ਅਸੀਂ ਕੀ ਕਰਾਂਗੇ। ਇਨ ਦੈਟ ਕੇਸ when partners do not want to alter the value of assets and liabilities in the books, they prepare, ਕੀ ਪ੍ਰਪੇਅਰ ਕਰਨਗੇ ਉਹ, ਮੈਮੋਰੈਂਡਮ ਰੀਵੈਲਿਊਏਸ਼ਨ ਅਕਾਊਂਟ। ਅਲਟੀਮੇਟ ਰੀਜ਼ਨ ਜੋ ਹੈ ਇਸ ਦੇ ਮਗਰ ਉਹ ਹੈ ਅਸੀਂ ਸਿਰਫ ਇੱਕ ਐਡਜਸਟਮੈਂਟ ਐਂਟਰੀ ਪਾਸ ਕਰਨੀ ਹੈ ਜਦੋਂ ਅਸੀਂ ਮੈਮੋਰੈਂਡਮ ਰੀਵੈਲਿਊਏਸ਼ਨ ਅਕਾਊਂਟ ਬਣਾਉਂਦੇ ਹਾਂ। ਜੋ ਐਡਜਸਟਮੈਂਟ ਐਂਟਰੀ ਅਸੀਂ ਸਿੱਖੀ ਹੈ ਗੁੱਡਵਿਲ ਦੀ, ਕਿ ਗੁੱਡਵਿਲ ਦਾ ਟਰੀਟਮੈਂਟ ਅਸੀਂ ਕਿਵੇਂ ਕਰਨਾ ਹੈ, ਜੋ ਐਡਜਸਟਮੈਂਟਸ ਦੇ ਵਿੱਚ ਦਿੱਤੀ ਗੁੱਡਵਿਲ ਉਹਦਾ ਟਰੀਟਮੈਂਟ ਅਸੀਂ ਕੀ ਕਰਦੇ ਹਾਂ, ਇੱਕ ਐਡਜਸਟਮੈਂਟ ਐਂਟਰੀ ਦੇ ਥਰੂ ਹੀ ਕੀਤਾ ਸੀ, ਉਹੀ ਐਡਜਸਟਮੈਂਟ ਐਂਟਰੀ ਇੱਥੇ ਪੈਣੀ ਹੈ, ਬਟ ਅਸੀਂ ਉਹ ਐਂਟਰੀ ਪਾਸ ਨਹੀਂ ਕਰਨੀ। ਉਹ ਐਂਟਰੀ ਕਿਵੇਂ ਬਣੂਗੀ, ਉਹ ਮੈਮੋਰੈਂਡਮ ਰੀਵੈਲਿਊਏਸ਼ਨ ਅਕਾਊਂਟ ਦੇ ਵਿੱਚ ਅਲਟੀਮੇਟ ਆਪਣੇ ਆਪ ਉਹਦਾ ਇਫੈਕਟ ਜਿਹੜਾ ਹੈ ਨਜ਼ਰ ਆ ਜਾਏਗਾ। ਅਲਟੀਮੇਟ ਰੀਜ਼ਨ ਬਿਹਾਈਂਡ ਦਾ ਪ੍ਰੈਪਰੇਸ਼ਨ ਆਫ ਅਕਾਊਂਟ ਇਜ਼ to compensate the sacrificing partner due to reduction in his profit sharing ratio। ਜੋ ਉਹਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋਈ ਆ ਉਹਦੇ 'ਚ ਰਿਡਕਸ਼ਨ ਹੋ ਗਈ, ਘਟ ਗਈ ਉਹਦੀ ਫਿਊਚਰ ਦੇ ਵਿੱਚ, ਉਹਦੇ ਨਾਲ ਉਹਨੂੰ ਜੋ ਨੁਕਸਾਨ ਹੋਏਗਾ ਸਿਰਫ ਉਹੀ ਨੁਕਸਾਨ ਉਹਦਾ ਕੰਪਨਸੇਟ ਕਰਨ ਦੇ ਲਈ ਅਸੀਂ ਜੋ ਇਹ ਮੈਮੋਰੈਂਡਮ ਰੀਵੈਲਿਊਏਸ਼ਨ ਅਕਾਊਂਟ ਹੈ ਇਹਨੂੰ ਪ੍ਰਪੇਅਰ ਕਰਦੇ ਹਾਂ। ਕਲੀਅਰ। ਬਣੂਗਾ ਕਿਸ ਤਰ੍ਹਾਂ ਉਹ ਆਪਾਂ ਦੇਖਦੇ ਹਾਂ। ਮੈਮੋਰੈਂਡਮ ਰੀਵੈਲਿਊਏਸ਼ਨ ਅਕਾਊਂਟ ਦਾ ਪਰਫਾਰਮਾ ਦੇਖ ਲਓ ਕੀ ਹੈ। ਦੇਖੋ ਇੱਥੇ ਤੱਕ ਜੋ ਅਸੀਂ ਲਿਖਿਆ ਉਹ ਸਾਰਾ ਸੇਮ ਹੈ ਜੋ ਅਸੀਂ ਰੀਵੈਲਿਊਏਸ਼ਨ ਅਕਾਊਂਟ ਦੇ ਵਿੱਚ ਦੇਖਿਆ ਸੀ। ਐਸੈਟਸ ਉਸ ਦੀ ਇਨਕਰੀਜ਼ਡ ਵੈਲਿਊ ਇੱਧਰ ਆਏਗੀ, ਲਾਇਬਿਲਿਟੀਜ਼ ਉਸ ਦੀ ਡਿਕਰੀਜ਼ਡ ਵੈਲਿਊ ਇੱਧਰ ਆਏਗੀ, ਐਸੈਟਸ ਉਸ ਦੀ ਰਿਡਿਊਸਡ ਵੈਲਿਊ ਆਏਗੀ ਅਤੇ ਲਾਇਬਿਲਿਟੀਜ਼ ਦੀ ਇਨਕਰੀਜ਼ਡ ਵੈਲਿਊ ਆਏਗੀ, ਔਰ ਜੋ ਪ੍ਰੋਫਿਟ ਸੀ ਉਹ ਅਸੀਂ ਇਸ ਸਾਈਡ 'ਤੇ ਵੰਡਤਾ, ਜੋ ਲਾਸ ਸੀ ਉਹ ਅਸੀਂ ਇਸ ਸਾਈਡ 'ਤੇ ਵੰਡਤਾ। ਇੱਥੇ ਤੱਕ ਇਹ ਰੀਵੈਲਿਊਏਸ਼ਨ ਅਕਾਊਂਟ ਹੀ ਹੈ। ਇੱਥੇ ਅਸੀਂ ਇਸ ਦੇ ਟੋਟਲ ਲਗਾ ਦਿੱਤੇ ਦੋਨੋਂ ਪਾਸੇ। ਹੁਣ ਅਸੀਂ ਕੀ ਕਰਨਾ ਹੈ, ਇਸ ਤੋਂ ਅੱਗੇ ਇਹਦੀ ਐਕਸਟੈਂਸ਼ਨ ਲੈ ਲੈਣੀ ਹੈ। ਇੱਥੇ ਅਸੀਂ ਬ੍ਰੇਕ ਨਹੀਂ ਕਰਨਾ, ਇਸ ਅਕਾਊਂਟ ਨੂੰ ਅਸੀਂ ਇੱਥੋਂ ਅੱਗੇ ਕੰਟੀਨਿਊ ਕਰ ਦੇਣਾ। ਹੁਣ ਜਦੋਂ ਕੰਟੀਨਿਊ ਕਰਾਂਗੇ ਤਾਂ ਅਸੀਂ ਸਿਰਫ ਸਾਈਡਸ ਚੇਂਜ ਕਰ ਦੇਣੀਆਂ। ਜੋ ਇਹ ਸਾਰੀ ਸਾਈਡ ਹੈ ਸਾਡੇ ਕੋਲ ਡੈਬਿਟ ਸਾਈਡ 'ਤੇ ਪਈ ਹੈ ਉਹ ਅਸੀਂ ਉਠਾ ਕੇ ਕ੍ਰੈਡਿਟ ਸਾਈਡ 'ਤੇ ਰੱਖ ਦੇਣੀ ਹੈ ਸਾਰੀ ਐਜ਼ ਇਟ ਇਜ਼। ਜੋ ਐਸੈਟ ਦੀ ਵੈਲਿਊ ਹੈ ਇੱਥੇ ਲਿਖੀ ਹੋਈ ਹੈ ਉਹ ਐਜ਼ ਇਟ ਇਜ਼ ਇੱਥੇ ਰੱਖ ਦੇਣੀ ਹੈ ਲਿਆ ਕੇ, ਜੋ ਲਾਇਬਿਲਿਟੀ ਦੀ ਵੈਲਿਊ ਪਈ ਹੈ ਉਹ ਐਜ਼ ਇਟ ਇਜ਼ ਇੱਥੇ ਲਿਆ ਕੇ ਰੱਖ ਦੇਣੀ ਹੈ। ਇਸੇ ਤਰ੍ਹਾਂ ਜੋ ਸਾਡੇ ਕੋਲ ਇਹ ਸਾਈਡ ਹੈ ਉਹਨੂੰ ਅਸੀਂ ਕੀ ਕਰਨਾ ਹੈ, ਇਸ ਸਾਈਡ 'ਤੇ ਸ਼ਿਫਟ ਕਰ ਦੇਣਾ। ਓਬਵੀਅਸਲੀ ਕਿ ਅਗਰ ਅਸੀਂ ਇਹ ਦੇਖਿਆ ਸੀ ਕਿ ਪਹਿਲਾਂ ਸਾਨੂੰ ਰੀਵੈਲਿਊਸ਼ਨ ਕਰਨ ਨਾਲ ਕੁਛ ਲਾਸ ਆਇਆ ਤਾਂ ਹੁਣ ਉਹ ਕੀ ਆਏਗਾ, ਪ੍ਰੋਫਿਟ 'ਚ ਕਨਵਰਟ ਹੋ ਜਾਊਗਾ। ਅਗਰ ਪਹਿਲਾਂ ਪ੍ਰੋਫਿਟ ਆਇਆ ਸੀ ਤਾਂ ਹੁਣ ਉਹ ਲਾਸ 'ਚ ਕਨਵਰਟ ਹੋ ਜਾਊਗਾ, ਕਿਉਂਕਿ ਵੈਲਿਊਜ਼ ਕੀ ਹੋ ਚੁੱਕੀਆਂ, ਚੇਂਜ ਹੋ ਗਈਆਂ। ਜੋ ਇੱਧਰ ਵੈਲਿਊ ਸੀ ਉਹ ਇੱਧਰ ਆ ਚੁੱਕੀ ਹੈ, ਔਰ ਜੋ ਇੱਧਰ ਵੈਲਿਊ ਸੀ ਉਹ ਇੱਧਰ ਆ ਚੁੱਕੀ ਹੈ। ਇਸ ਕਰਕੇ ਕੀ ਆ, ਸਾਡਾ ਪ੍ਰੋਫਿਟ ਲਾਸ ਚੇਂਜ ਹੋ ਚੁੱਕਿਆ।
ਹੁਣ ਦੇਖੋ ਇੱਥੇ ਇਫੈਕਟ ਕੀ ਆਇਆ, ਜੋ ਇੱਥੇ ਸਾਡਾ ਪ੍ਰੋਫਿਟ ਸੀ ਉਹ ਕਿੱਥੇ ਗਿਆ, ਉਹ ਸਾਡੀ 올ਡ ਰੇਸ਼ੋ ਦੇ ਵਿੱਚ ਗਿਆ। ਔਰ ਜੋ ਹੁਣ ਸਾਡੇ ਕੋਲ ਨਵਾਂ ਪ੍ਰੋਫਿਟ ਜਾਂ ਲਾਸ ਆਏਗਾ ਇਹ ਸਾਡੀ ਕਿੱਥੇ ਜਾਏਗਾ, ਨਿਊ ਰੇਸ਼ੋ ਦੇ ਵਿੱਚ ਆਏਗਾ। ਸਿਰਫ ਇੰਨਾ ਚੇਂਜ ਹੈ ਕਿ ਪੁਰਾਣਾ ਪ੍ਰੋਫਿਟ ਲਾਸ ਅਸੀਂ ਰੀਵੈਲੂਏਸ਼ਨ 'ਚ 올ਡ ਰੇਸ਼ੋ 'ਚ ਵੰਡਿਆ ਸੀ, ਜਦੋਂ ਮੈਮੋਰੈਂਡਮ ਬਣਾਵਾਂਗੇ ਉਸ ਦਾ ਵੀ ਪੁਰਾਣਾ ਪ੍ਰੋਫਿਟ ਜਿਹੜਾ ਹੈ ਉਹ 올ਡ ਰੇਸ਼ੋ 'ਚ ਹੈ, ਲੇਕਿਨ ਜਦੋਂ ਅਸੀਂ ਉਸ ਦੀ ਐਕਸਟੈਂਸ਼ਨ ਕਰ ਦਿੱਤੀ ਤਾਂ ਨਵਾਂ ਪ੍ਰੋਫਿਟ ਜਾਂ ਲਾਸ ਜੋ ਵੀ ਆਊਗਾ ਉਹ ਅਸੀਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਵੰਡਾਂਗੇ। ਕਲੀਅਰ। ਹੁਣ ਅਸੀਂ ਇਸ ਦੀ ਵੀ ਇੱਕ ਐਗਜ਼ਾਮਪਲ ਲੈਂਦੇ ਹਾਂ। A ਐਂਡ B ਆਰ ਇਕੁਅਲ ਪਾਰਟਨਰ। 3:2 ਦੀ ਰੇਸ਼ੋ ਉਹਨਾਂ ਨੇ ਫਿਊਚਰ 'ਚ ਚੇਂਜ ਕਰਨੀ ਹੈ। ਦੇਖੋ ਸੇਮ ਕੁਐਸਚਨ ਹੈ, ਪਲਾਂਟ ਐਂਡ ਮਸ਼ੀਨਰੀ, ਸਟਾਕ, ਡੈਟਰ, ਲੈਂਡ, ਲੇਕਿਨ ਇਹਦੇ ਵਿੱਚ ਇੱਕ ਚੇਂਜ ਅਸੀਂ ਲਿਆ ਕਿ ਅਸੀਂ ਗੁੱਡਵਿਲ ਨਾਮ ਦੀ ਇੱਕ ਐਸਟ ਇੱਥੇ ਅਸੀਂ ਐਡ ਕਰ ਦਿੱਤੀ। ਕੈਪੀਟਲ ਅਸੀਂ ਰੱਖੀ, ਰਿਜ਼ਰਵ ਰੱਖੇ, ਕ੍ਰੈਡੀਟਰਸ ਰੱਖੇ, ਪ੍ਰੋਵੀਜ਼ਨ ਅਸੀਂ ਡੈਟਰਸ ਦੇ ਪਹਿਲਾਂ ਹੀ ਪਾ ਦਿੱਤੀ। ਐਡਜਸਟਮੈਂਟ ਸਾਨੂੰ ਦੇ ਦਿੱਤੀਆਂ ਵੀ ਕੀ ਹੋਇਆ। ਪਲਾਂਟ ਐਂਡ ਮਸ਼ੀਨ ਜੋ ਡੈਪਰੀਸ਼ੀਏਟ ਹੋਈ ਆ 2%, ਸਟਾਕ ਰੀਵੈਲਿਊਡ ਹੋਇਆ 48,000 ਦਾ, ਡੈਟਰਸ ਆਲ ਗੁੱਡ ਹੋ ਗਏ। ਮਤਲਬ ਆਲ ਗੁੱਡ ਹੋਣ ਦਾ ਕੀ ਮਤਲਬ, ਜੋ ਪ੍ਰੋਵੀਜ਼ਨ ਅਸੀਂ ਪਹਿਲਾਂ ਲਗਾਈ ਸੀ ਡਾਊਟਫੁਲ ਸੀ, ਸਾਨੂੰ ਲੱਗਦਾ ਸੀ ਕਿ 5,000 ਰੁਪਏ ਡੁੱਬੂਗਾ, ਉਹ ਹੁਣ ਨਹੀਂ ਡੁੱਬੇਗਾ। ਸਾਡੇ ਆਲ ਡੈਟਰ ਮਤਲਬ 25,000 ਗੁੱਡ ਹੋ ਗਏ, ਸਾਨੂੰ 25 ਹੀ ਮਿਲ ਜਾਏਗਾ। ਲੈਂਡ ਦੀ ਵੈਲਿਊ ਚੇਂਜ ਹੋ ਗਈ। ਅ ਬਿੱਲ ਫॉर ਪਰਚੇਜ਼ ਆਫ ਗੁੱਡਸ 5,000 ਦਾ ਓਮਿਟਡ ਹੋ ਗਿਆ ਸੀ। ਠੀਕ ਹੈ, ਇੱਥੇ ਤੱਕ ਅਸੀਂ ਸੇਮ ਰੱਖਣਾ। ਬਸ ਉਸ ਤੋਂ ਬਾਅਦ ਸਾਡੇ ਕੋਲ ਇੱਕ ਚੀਜ਼ ਚੇਂਜ ਹੋਈ ਕਿ ਪਾਰਟਨਰਸ ਡੂ ਨਾਟ ਵਾਂਟ ਟੂ ਆਲਟਰ ਦਾ ਵੈਲਿਊਜ਼, ਕਿ ਉਹ ਚੇਂਜ ਨਹੀਂ ਕਰਨਾ ਚਾਹੁੰਦੇ। ਹੁਣ ਅਸੀਂ ਕੁਐਸਚਨ ਨੂੰ ਸੋਲਵ ਕਿਵੇਂ ਕਰਾਂਗੇ। ਦੇਖੋ ਪਹਿਲਾਂ ਅਸੀਂ ਕੁਐਸਚਨ ਨੂੰ ਸੇਮ ਹੀ ਰੱਖਿਆ ਕਿ ਰੀਵੈਲਿਊਸ਼ਨ ਦਾ ਅਪਰ ਪਾਰਟ ਜਿਹੜਾ ਹੈ ਉਹ ਸੇਮ ਰੱਖਿਆ ਕਿ ਪ੍ਰੋਵੀਜ਼ਨ ਜੋ ਕਿ ਪਹਿਲਾਂ ਅਸੀਂ ਉਧਰ ਕ੍ਰੀਏਟ ਕੀਤੀ ਸੀ 5,000 ਰੁਪਏ ਦੀ ਲਾਇਬਿਲਿਟੀ ਸਾਈਡ ਤੇ ਪਈ ਸੀ ਸਾਡੀ, ਉਹ ਅਸੀਂ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਆਲ ਗੁੱਡ ਹੁਣ ਸਾਨੂੰ ਬਣਾਉਣ ਦੀ ਲੋੜ ਨਹੀਂ ਹੈ, ਤਾਂ ਅਸੀਂ ਉਹਨੂੰ ਕੀ ਕੀਤਾ, ਪਹਿਲਾਂ ਰਿਕਾਰਡ ਕਰ ਲਿਆ, ਸਾਨੂੰ ਫਾਇਦਾ ਹੋ ਗਿਆ। ਲੈਂਡ ਐਂਡ ਬਿਲਡਿੰਗ ਦੀ ਵੈਲਿਊ ਚੇਂਜ ਹੋ ਗਈ, ਅਸੀਂ ਉਹਦਾ ਚੇਂਜ ਫਾਇਦਾ ਕ੍ਰੈਡਿਟ ਸਾਈਡ ਤੇ ਰੱਖਤਾ। ਟੂ ਪਲਾਂਟ ਐਂਡ ਮਸ਼ੀਨ ਜੋ ਵੈਲਿਊ ਡਾਊਨ ਹੋਈ, ਸਟਾਕ ਦੀ ਵੈਲਿਊ ਡਾਊਨ ਹੋਈ। ਕ੍ਰੈਡੀਟਰਸ ਇੱਕ ਨਵਾਂ ਬਿੱਲ ਜਿਹੜਾ ਸੀ ਪਰਚੇਜ਼ ਦਾ ਉਹ ਸਾਨੂੰ ਇੱਥੇ ਪਾਉਣਾ ਪੈ ਗਿਆ ਸਾਡੀ ਲਾਇਬਿਲਿਟੀ ਦੇ ਤੌਰ ਦੇ ਉੱਪਰ। ਔਰ ਜੋ ਪ੍ਰੋਫਿਟ ਸੀ ਉਹ ਅਸੀਂ ਪਾਰਟਨਰ ਦੇ ਵਿੱਚ ਅਲਟੀਮੇਟ ਇਕੁਅਲ ਰੇਸ਼ੋ 'ਚ ਵੰਡ ਦਿੱਤਾ। ਹੁਣ ਅਸੀਂ ਕੀ ਕਰਨਾ ਹੈ, ਕਿਉਂਕਿ ਉਹ ਵੈਲਿਊਜ਼ ਨੂੰ ਅਗਰ ਅਸੀਂ ਇੱਥੇ ਛੱਡ ਦਾਂਗੇ ਤਾਂ ਸਾਨੂੰ ਵੈਲਿਊਜ਼ ਚੇਂਜ ਕਰਨੀਆਂ ਪੈਣਗੀਆਂ, ਲੇਕਿਨ ਅਸੀਂ ਕੀ ਹੈ ਕਿ ਵੈਲਿਊਜ਼ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ, ਤਾਂ ਅਸੀਂ ਇਸ ਇਫੈਕਟ ਨੂੰ ਖ਼ਤਮ ਕਰਨਾ ਹੈ, ਜ਼ੀਰੋ ਇਫੈਕਟ 'ਤੇ ਲੈ ਕੇ ਆਉਣਾ ਹੈ ਕਿ ਇੱਕ ਚੀਜ਼ ਜਿੰਨੇ ਨਾਲ ਡੈਬਿਟ ਹੋਈ ਆ ਉਹਨੇ ਨਾਲ ਹੀ ਕ੍ਰੈਡਿਟ ਹੋ ਜਾਣੀ ਹੈ, ਇਫੈਕਟ ਜ਼ੀਰੋ ਹੋ ਜਾਊਗਾ। ਔਰ ਜੋ ਚੀਜ਼ ਜਿੰਨੇ ਨਾਲ ਕ੍ਰੈਡਿਟ ਹੋਈ ਹੈ ਉਹਨੇ ਨਾਲ ਹੀ ਅਸੀਂ ਲਿਆ ਕੇ ਇਸ ਨੂੰ ਕੀ ਕਰ ਦਿੱਤਾ, ਡੈਬਿਟ ਕਰ ਦਿੱਤਾ, ਤਾਂ ਇਹਦਾ ਇਫੈਕਟ ਵੀ ਖਤਮ ਹੋ ਗਿਆ। ਦੇਖੋ ਇੱਥੇ ਇਹ 4 ਆਈਟਮਸ ਨੇ ਸਾਡੇ ਕੋਲ, 3 ਆਈਟਮਸ, ਇਹ 3 ਦੀਆਂ 3 ਆਈਟਮਸ ਅਸੀਂ ਇੱਥੇ ਲਿਆ ਕੇ ਕ੍ਰੈਡਿਟ ਕਰ ਦਿੱਤੀਆਂ, ਇਹਨਾਂ ਦਾ ਇਫੈਕਟ ਵੀ ਖਤਮ ਹੋ ਗਿਆ। ਜੋ ਕ੍ਰੈਡਿਟ ਸੀ ਉਹ ਅਸੀਂ ਡੈਬਿਟ ਕਰਕੇ ਉਹਨਾਂ ਦਾ ਇਫੈਕਟ ਵੀ ਖਤਮ ਕਰ ਦਿੱਤਾ। ਪਹਿਲਾਂ ਸਾਨੂੰ 15,000 ਦਾ ਪ੍ਰੋਫਿਟ ਹੋ ਰਿਹਾ ਸੀ, ਹੁਣ ਸਾਨੂੰ 15,000 ਦਾ ਲਾਸ ਹੋ ਰਿਹਾ। ਹੁਣ ਲਾਸ ਅਸੀਂ ਕੀ ਕਰਨਾ ਹੈ, ਨਿਊ ਰੇਸ਼ੋ 'ਚ ਡਿਵਾਈਡ ਕਰਨਾ ਹੈ 9,000 ਤੇ 6,000, ਅਸੀਂ ਨਿਊ ਰੇਸ਼ੋ ਦੇ ਵਿੱਚ ਉਸ ਨੂੰ ਵੰਡ ਲਿਆ। ਕਲੀਅਰ। ਹੁਣ ਇਹਦੇ ਨਾਲ ਕੀ ਹੋ ਗਿਆ, ਦੇਖੋ ਬੜਾ ਸਿੰਪਲ ਜਿਹਾ ਟੌਪਿਕ ਹੈ। ਅਗਰ ਅਸੀਂ ਮੈਂ ਤੁਹਾਨੂੰ ਇਸ ਤੋਂ ਵੀ ਇੱਕ ਸ਼ਾਰਟ ਐਗਜ਼ਾਮਪਲ ਦੱਸਾਂ ਕਿ 10,000 ਦਾ ਕੋਈ ਪ੍ਰੋਫਿਟ ਹੈ, ਪਹਿਲਾਂ ਤੁਸੀਂ ਉਹਨੂੰ ਪੁਰਾਣੀ ਰੇਸ਼ੋ 'ਚ ਵੰਡੋ ਇਕੁਅਲ 'ਚ, ਤਾਂ 5,000 ਰੁਪਏ ਆਏਗਾ। ਅਗਰ ਉਹੀ 5,000 ਅਸੀਂ ਨਵੀਂ ਰੇਸ਼ੋ ਮਤਲਬ 3:2 ਦੇ ਵਿੱਚ 10,000 ਰੁਪਏ ਵੰਡਣਾ ਹੋਵੇ ਤਾਂ ਕਿੰਨਾ ਜਾਊਗਾ। ਦੇਖੋ ਪਹਿਲਾਂ 5,000 ਆ ਰਿਹਾ ਸੀ, ਹੁਣ ਕੀ ਕਰਾਂਗੇ ਅਸੀਂ, ਪਹਿਲਾਂ ਤਾਂ 10,000 ਨੂੰ 5 ਨਾਲ ਡਿਵਾਈਡ ਕਰ ਲਓ ਤਾਂ ਕਿੰਨਾ ਆ ਗਿਆ 2,000 ਮਲਟੀਪਲਾਈ 3, ਤਾਂ ਪਹਿਲੇ ਨੂੰ ਕਿੰਨਾ ਮਿਲਿਆ 6,000, ਦੂਜੇ ਨੂੰ ਕਿੰਨਾ ਮਿਲਿਆ 4,000। ਪਹਿਲਾਂ ਕਿੰਨਾ ਮਿਲ ਰਿਹਾ ਸੀ 5 ਦੋਨਾਂ ਨੂੰ। ਹੁਣ ਅਗਰ ਅਸੀਂ ਨਵੀਂ ਪੁਰਾਣੀ ਨਾਲ ਕੰਪੇਅਰ ਕਰਕੇ ਦੇਖੀਏ ਤਾਂ A ਨੂੰ ਇਨ ਫਿਊਚਰ 1,000 ਰੁਪਏ ਦਾ ਫਾਇਦਾ ਹੋਊਗਾ ਔਰ B ਨੂੰ ਇਨ ਫਿਊਚਰ 1,000 ਦਾ ਨੁਕਸਾਨ ਹੋਊਗਾ। ਹੁਣ ਅਸੀਂ ਸੇਮ ਰੱਖਿਆ ਹੋਇਆ, ਦੇਖੋ 15,000 ਦਾ ਪ੍ਰੋਫਿਟ ਸੀ, ਅਗਰ ਅਸੀਂ ਪੁਰਾਣੀ ਰੇਸ਼ੋ 'ਚ ਵੰਡਦੇ ਤਾਂ ਸਾਨੂੰ ਕਿੰਨਾ ਮਿਲਦਾ 75। ਅਗਰ ਅਸੀਂ ਉਹੀ 15,000 ਦਾ ਪ੍ਰੋਫਿਟ ਨਵੀਂ ਰੇਸ਼ੋ ਮਤਲਬ 3:2 ਦੇ ਵਿੱਚ ਵੰਡੀਏ ਤਾਂ ਸਾਨੂੰ ਕਿੰਨਾ ਮਿਲੂਗਾ, ਸੋਚ ਕੇ ਦੇਖੋ, ਕੈਲਕੂਲੇਸ਼ਨ ਕਰੋ ਵੀ ਕਿੰਨਾ ਮਿਲੂਗਾ। 15,000 ਡਿਵਾਈਡ ਬਾਏ 5 ਕਰੋਗੇ ਤਾਂ ਕਿੰਨਾ ਆਊਗਾ 3,000 ਮਲਟੀਪਲਾਈ 3, ਤਾਂ 9,000 ਪਹਿਲੇ ਨੂੰ ਆਊਗਾ 6,000
ਦੂਜੇ ਨੂੰ ਆਊਗਾ। ਹੁਣ ਤੁਸੀਂ ਕੰਪੇਅਰ ਕਰਕੇ ਦੇਖੋ ਵੀ ਕੀ ਬਣਦਾ ਹੈ, ਪਹਿਲੇ ਦਾ ਕੀ ਨੁਕਸਾਨ ਹੈ, ਪਹਿਲੇ ਦਾ ਕੀ ਫਾਇਦਾ, ਦੂਜੇ ਦਾ ਕੀ ਨੁਕਸਾਨ ਹੈ, ਦੂਜੇ ਦਾ ਕੀ ਫਾਇਦਾ। ਪਹਿਲੇ ਨੂੰ ਏ ਨੂੰ ਪਹਿਲਾਂ ਮਿਲਣਾ ਸੀ 7500, ਹੁਣ ਉਹਨੂੰ ਮਿਲ ਰਿਹਾ 9000, ਤਾਂ ਇਟ ਮੀਨਸ ਕਿ ਉਸ ਨੂੰ 1500 ਅਲਟੀਮੇਟ ਜ਼ਿਆਦਾ ਮਿਲ ਰਿਹਾ ਇਨ ਫਿਊਚਰ, ਔਰ ਬੀ ਨੂੰ 1500 ਦਾ ਹੀ ਨੁਕਸਾਨ ਹੋਊਗਾ। ਤਾਂ ਅਸੀਂ ਕੀ ਕਰੀਏ, ਉਹਦਾ ਨੁਕਸਾਨ ਅੱਜ ਪੂਰਾ ਕਰੀਏ, ਕਿਸ ਤੋਂ ਲੈ ਕੇ, ਏ ਤੋਂ ਲੈ ਕੇ। ਉਹੀ ਅਸੀਂ ਇੱਥੇ ਪੂਰਾ ਕਰ ਰਹੇ ਹਾਂ। ਅਲਟੀਮੇਟ ਮੈਮੋਰੈਂਡਮ ਦੇ ਪਿੱਛੇ ਸਾਡਾ ਉਹੀ ਇਫੈਕਟ ਹੈ ਜੋ ਅਸੀਂ ਐਡਜਸਟਮੈਂਟ ਐਂਟਰੀ 'ਚ ਸਿੱਖਿਆ ਸੀ, ਬਟ ਸਾਨੂੰ ਕਰਨਾ ਮੈਮੋਰੈਂਡਮ ਦੇ ਥਰੂ ਹੀ ਪਊਗਾ। ਦੇਖੋ 9000 ਅਸੀਂ ਇੱਧਰ ਰੱਖ ਦਿੱਤਾ, 6000 ਅਸੀਂ ਇੱਧਰ ਰੱਖ ਲਿਆ, ਕਿਉਂਕਿ ਅਸੀਂ ਇਫੈਕਟ ਚੇਂਜ ਕੀਤੇ ਆ। ਜੋ ਇਹ ਸਾਡਾ ਇੱਥੇ ਨੁਕਸਾਨ ਸੀ ਅਸੀਂ ਉਠਾ ਕੇ ਇਸ ਸਾਈਡ 'ਤੇ ਵੰਡ ਲਿਆ, ਔਰ ਜੋ ਸਾਡਾ ਫਾਇਦਾ ਸੀ ਉਹ ਅਸੀਂ ਲੈ ਕੇ ਗਏ ਇੱਥੇ ਲਿਆਏ। ਹੁਣ ਇਹਦੇ ਨਾਲ ਚੇਂਜਸ ਕੀ ਆਈਆਂ, ਦੇਖੋ ਪਹਿਲਾ ਜਿਹੜਾ ਹੈ 7500 ਦੇ ਨਾਲ ਕ੍ਰੈਡਿਟ ਹੋ ਰਿਹਾ, ਲੇਕਿਨ ਨਾਲ ਹੀ 9000 ਦੇ ਨਾਲ ਡੈਬਿਟ ਵੀ ਹੋ ਰਿਹਾ। ਸੋ ਅਲਟੀਮੇਟ ਇਹਦਾ ਅਕਾਊਂਟ ਕਿੰਨੇ ਨਾਲ ਡੈਬਿਟ ਹੋ ਗਿਆ, 1500 ਦੇ ਨਾਲ। ਲੈਸ ਕੀਤਾ ਮੈਂ, ਹੋਰ ਕੁਛ ਨਹੀਂ ਕੀਤਾ, ਕਿ 9000 ਰੁਪਏ ਦਾ ਨੁਕਸਾਨ ਦੇਤਾ ਇਸ ਨੂੰ ਡੈਬਿਟ ਕਰਕੇ, 7500 ਦਾ ਫਾਇਦਾ ਦੇਤਾ। ਸੋ ਅਲਟੀਮੇਟ ਮੈਂ ਇਸ ਨੂੰ 1500 ਰੁਪਏ ਦਾ ਨੁਕਸਾਨ ਦੇ ਰਿਹਾ, ਠੀਕ ਹੈ। ਬੀ ਨੂੰ ਮੈਂ 7500 ਦੇ ਨਾਲ ਕੀ ਕੀਤਾ ਸੀ, ਕ੍ਰੈਡਿਟ ਕੀਤਾ, ਔਰ 6000 ਦੇ ਨਾਲ ਡੈਬਿਟ ਕੀਤਾ। ਅਲਟੀਮੇਟ ਇਹਦਾ ਅਕਾਊਂਟ ਜਿਹੜਾ ਹੈ 1500 ਦੇ ਨਾਲ ਕ੍ਰੈਡਿਟ ਹੋ ਗਿਆ, ਠੀਕ ਹੈ ਨਾ। ਅਸੀਂ ਕੀਤਾ ਉਹੀ ਕੁਛ ਹੈ। ਜੇ ਇਹ ਚੀਜ਼ਾਂ ਤੁਹਾਨੂੰ ਨਹੀਂ ਸਮਝ ਆ ਰਹੀਆਂ ਤਾਂ ਕੋਈ ਪ੍ਰੋਬਲਮ ਨਹੀਂ ਹੈ। ਕੀ ਕਰਨਾ ਆਪਾਂ, ਜੋ ਤੁਹਾਡਾ ਇੱਥੇ ਪ੍ਰੋਫਿਟ ਆਇਆ ਸੀ, ਜੋ ਸਾਡਾ ਇੱਥੇ ਪ੍ਰੋਫਿਟ ਆਇਆ ਸੀ, ਅਸੀਂ ਕਰਨਾ ਕੁਛ ਨਹੀਂ, ਉਸ ਨੂੰ ਉਠਾ ਕੇ ਇੱਥੇ ਰੱਖ ਦਿਓ। ਜੋ ਸਾਡਾ ਇੱਥੇ ਨੁਕਸਾਨ ਆਇਆ ਉਸ ਨੂੰ ਉਠਾ ਕੇ ਇੱਧਰ ਰੱਖ ਲਓ। ਲੌਜਿਕ ਦੇ ਮਗਰ ਨਾ ਜਾਓ ਜੇ ਨਹੀਂ ਸਮਝ ਆ ਰਿਹਾ ਤਾਂ, ਠੀਕ ਹੈ ਨਾ। ਹੁਣ ਅਸੀਂ ਇਸ ਕੁਐਸਚਨ ਨੂੰ ਕੰਪਲੀਟ ਕਰ ਦਿੰਦੇ ਹਾਂ ਕਿ ਅਸੀਂ ਸਾਰੇ ਇਫੈਕਟ ਨੋਟ ਕਰ ਲਏ। ਓਪਨਿੰਗ ਬੈਲੈਂਸ ਰੱਖ ਲਿਆ, ਜੋ ਅਸੀਂ ਉੱਪਰੋਂ ਪ੍ਰੋਫਿਟ ਆਉਣਾ ਸੀ ਉਹ ਵੰਡ ਲਿਆ, ਲਾਸ ਅਸੀਂ ਇਹ ਵੀ ਰੱਖ ਦਿੱਤਾ, ਔਰ ਰਿਜ਼ਰਵ ਐਂਡ ਸਰਪਲਸ ਜੋ ਸੀ ਇਹ ਅਸੀਂ ਪ੍ਰੋਪਰਲੀ ਵੰਡ ਲਏ। ਗੁੱਡਵਿਲ ਸਾਡੇ ਕੋਲ ਪਈ ਸੀ ਉਹ ਅਸੀਂ ਇਕੁਅਲ ਰੇਸ਼ੋ ਦੇ ਵਿੱਚ ਪੁਰਾਣੀ ਰੇਸ਼ੋ 'ਚ ਡਿਵਾਈਡ ਕਰ ਲਈ। ਹੁਣ ਦੇਖੋ ਗੁੱਡਵਿਲ ਨੂੰ ਅਸੀਂ ਕਿਉਂ ਵੰਡ ਲੈਂਦੇ ਹਾਂ, ਜੋ ਸਾਡੀਆਂ ਐਸਟ ਸਾਈਡ ਦੇ ਉੱਪਰ ਪਈ ਹੁੰਦੀ ਆ ਪੁਰਾਣੀ। ਵੈਸੇ ਵੀ ਗੁੱਡਵਿਲ ਨੂੰ ਅਸੀਂ ਜ਼ਿਆਦਾ ਟਾਈਮ, ਜੋ ਵੀ ਸਾਡੇ ਕੋਲ ਇੰਟੈਂਜੀਬਲ ਐਸਟਸ ਹੁੰਦੀਆਂ ਨੇ, ਅਸੀਂ ਇਹਨੂੰ ਰਾਈਟ ਆਫ ਕਰਦੇ ਹਾਂ ਕੁਝ ਸਾਲਾਂ ਦੇ ਅੰਦਰ, ਕਿਉਂਕਿ ਗੁੱਡਵਿਲ ਇੱਕ ਐਸੀ ਚੀਜ਼ ਹੈ ਜਿਹਦਾ ਟਾਈਮ ਪੀਰੀਅਡ ਸਾਨੂੰ ਨਹੀਂ ਪਤਾ ਹੁੰਦਾ ਕਿ ਇਹਨੂੰ ਕਿੰਨੇ ਟਾਈਮ ਦੇ ਅੰਦਰ ਅਸੀਂ ਰਾਈਟ ਆਫ ਕਰਨਾ। ਹੋਰ ਸਾਰੀਆਂ ਐਸਟਸ ਲਾਈਕ ਪੇਟੈਂਟਸ, ਕਾਪੀਰਾਈਟ, ਟ੍ਰੇਡਮਾਰਕ, ਇਹਨਾਂ ਦੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ। ਉਸ ਡੇਟ ਦੇ ਅੰਦਰ ਅੰਦਰ ਅਸੀਂ ਇਹਨਾਂ ਐਸਟਸ ਨੂੰ ਜਿਹੜਾ ਹੈ ਖ਼ਤਮ ਕਰਨਾ ਹੁੰਦਾ ਹੈ, ਠੀਕ ਹੈ। ਰਿਟਨ ਆਫ ਬੋਲਦੇ ਆ ਖ਼ਤਮ ਕਰਨ ਨੂੰ, ਰਾਈਟ ਆਫ ਕਰਨਾ ਹੁੰਦਾ ਅਸੀਂ। ਲੇਕਿਨ ਉਹਨਾਂ ਦਾ ਸਾਡੇ ਕੋਲ ਟਾਈਮ ਪੀਰੀਅਡ ਹੈ, ਬਟ ਗੁੱਡਵਿਲ ਦਾ ਸਾਡੇ ਕੋਲ ਕੋਈ ਟਾਈਮ ਪੀਰੀਅਡ ਨਹੀਂ ਕਿ ਅਸੀਂ ਕਿੰਨੇ ਟਾਈਮ ਦੇ ਵਿੱਚ ਇਸ ਨੂੰ ਰਾਈਟ ਆਫ ਕਰਨਾ ਹੈ। ਜਦੋਂ ਰੀਕਨਸਟੀਟਿਊਸ਼ਨ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ ਹੈ, ਪਾਰਟਨਰਸ ਜਿਹੜੇ ਹੈ ਉਸੇ ਦਿਨ ਪੂਰੀ ਦੀ ਪੂਰੀ ਗੁੱਡਵਿਲ ਨੂੰ ਉਠਾ ਕੇ ਰਾਈਟ ਆਫ ਕਰ ਦਿੰਦੇ ਆ, ਖ਼ਤਮ ਕਰ ਦਿੰਦੇ ਆ, ਉਸ ਨੂੰ ਆਪਣੀ ਪੁਰਾਣੀ ਰੇਸ਼ੋ ਦੇ ਵਿੱਚ ਉਸ ਨੂੰ ਡਿਵਾਈਡ ਕਰ ਲੈਂਦੇ ਆ। ਐਸੇ ਤਰ੍ਹਾਂ ਅਗਰ ਉਦੋਂ ਕੋਈ ਐਡਵਰਟਾਈਜ਼ਮੈਂਟ ਅਕਾਊਂਟ ਖੜ੍ਹਾ ਹੋਵੇ, ਕੋਈ ਸਸਪੈਂਸ ਖੜ੍ਹਾ ਹੋਵੇ ਇਸ ਤਰ੍ਹਾਂ ਦਾ, ਅਤੇ ਉਹ ਵੀ ਪਾਰਟਨਰ ਜਿਹੜੇ ਹੈ ਆਪਣੀ ਪੁਰਾਣੀ ਰੇਸ਼ੋ ਦੇ ਵਿੱਚ ਡਿਵਾਈਡ ਕਰ ਲੈਂਦੇ ਆ। ਕਲੀਅਰ। ਸੋ ਇਸ ਤਰ੍ਹਾਂ ਅਸੀਂ ਇਹਨੂੰ ਵੀ ਵੰਡ ਲੈਣਾ ਹੈ। ਸਾਡੇ ਕੋਲ ਕਲੋਜ਼ਿੰਗ ਬੈਲੈਂਸ ਆ ਜਾਊਗਾ 2,21,000 ਏ ਦਾ, 1,74,000 ਜੋ ਹੈ ਇਹ ਬੀ ਦਾ ਆਇਆ, ਠੀਕ ਹੈ। ਹੁਣ ਅਸੀਂ ਇਹਦੇ ਇਫੈਕਟ ਦੇਖਣੇ ਆ ਕਿ ਬੈਲੈਂਸ ਸ਼ੀਟ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਬੈਲੈਂਸ ਸ਼ੀਟ ਦੇ ਵਿੱਚ ਪਲਾਂਟ ਐਂਡ ਮਸ਼ੀਨ ਦੀ ਵੈਲਿਊ ਦੇਖੋ ਐਜ਼ ਇਟ ਇਜ਼ ਖੜੀ ਰਹੀ, ਕਿਉਂਕਿ ਜੋ ਚੇਂਜਸ ਸੀ ਹੁਣ ਉਹ ਅਸੀਂ ਨਹੀਂ ਕਰਨੀਆਂ। ਉਹਦੇ ਪਿੱਛੇ ਕਾਰਨ ਕੀ ਹੈ, ਕਿਉਂਕਿ ਅਸੀਂ ਇਫੈਕਟ ਜ਼ੀਰੋ ਕਰ ਦਿੱਤੇ, ਜਿੰਨੇ ਨਾਲ ਅਸੀਂ ਐਸਿਡ ਦੀ ਵੈਲਿਊ ਵਧਾਈ ਸੀ ਉਹਨੇ ਨਾਲ ਅਸੀਂ ਘਟਾ ਕੇ ਉਹਦਾ ਇਫੈਕਟ ਜ਼ੀਰੋ ਕਰ ਦਿੱਤਾ। ਅਲਟੀਮੇਟ ਸਾਡੀ ਬੈਲੈਂਸ ਸ਼ੀਟ ਦੇ ਵਿੱਚ ਕੋਈ ਵੀ ਚੇਂਜਸ ਨਹੀਂ ਆਉਣੀਆਂ, ਸਾਡੀ ਬਸ ਇੱਕ ਕੈਪੀਟਲ ਅਕਾਊਂਟ ਜਿਹੜੇ ਹੈ ਉਹ ਚੇਂਜ ਹੋਣਗੇ, ਕਿਉਂਕਿ ਉਹਦੇ ਨਾਲ ਅਸੀਂ ਇੱਕ ਨੈਟ ਇਫੈਕਟ ਪਾਏ ਆ। ਉਹ 1500 ਰੁਪਏ ਦਾ ਇਫੈਕਟ ਜਿਹੜਾ ਪਿਆ ਉਹਦੇ ਕਰਕੇ ਸਾਡੀ ਕੈਪੀਟਲ ਜਿਹੜੀ ਹੈ ਚੇਂਜ ਹੋ ਗਈ, ਰਿਜ਼ਰਵ ਵੰਡੇ ਗਏ, ਗੁੱਡਵਿਲ ਵੰਡੀ ਗਈ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੀ ਸਾਡੀ ਵੈਲਿਊਜ਼ ਨੇ ਉਹ ਚੇਂਜ ਹੋ ਗਈਆਂ। ਕਲੀਅਰ ਹੈ ਜੀ। ਸੋ ਇਹ ਸੀ ਸਾਡਾ ਟੌਪਿਕ ਕਿ ਰੀਵੈਲਿਊਏਸ਼ਨ ਅਕਾਊਂਟ ਕੀ ਹੁੰਦਾ ਹੈ। ਅਗਰ ਪਾਰਟਨਰਸ ਜਿਹੜੇ ਹੈ ਆਪਣਾ ਵੈਲਿਊਜ਼ ਨੂੰ ਚੇਂਜ ਕਰਨਾ ਚਾਹੁੰਦੇ ਆ, ਅਲਟਰ ਕਰਨਾ ਚਾਹੁੰਦੇ ਆ ਬੁੱਕਸ ਦੇ ਵਿੱਚ, ਫਿਰ ਅਸੀਂ ਕਿਵੇਂ ਰੱਖਾਂਗੇ, ਔਰ ਜੇਕਰ ਉਹ ਅਲਟਰ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਟਰੀਟਮੈਂਟ ਕੀ ਦੇਣਾ ਹੈ।
ਦੇਖੋ ਇਹਦੇ ਅੰਦਰ ਅਸੀਂ ਇੱਕ ਟਰਮ ਹੋਰ ਪਾ ਸਕਦੇ ਸੀ, ਅਜ਼ੰਪਸ਼ਨ, ਕਿ ਉਹ ਆਪਣੇ ਰਿਜ਼ਰਵ ਨੂੰ ਵੀ ਨਹੀਂ ਵੰਡਣਾ ਚਾਹੁੰਦੇ, ਉਹ ਆਪਣੀ ਗੁੱਡਵਿਲ ਨੂੰ ਵੀ ਨਹੀਂ ਹਿਲਾਉਣਾ ਚਾਹੁੰਦੇ। ਅਗਰ ਤੁਸੀਂ ਇਹ ਵੀ ਨਾਲ ਟਰਮ ਲਿਖ ਦੋਗੇ ਤਾਂ ਇਹਨਾਂ ਦੀ ਵੀ ਫਿਰ ਸਾਨੂੰ ਇੱਕ ਐਡਜਸਟਮੈਂਟ ਐਂਟਰੀ ਪਾਸ ਕਰਨੀ ਪਊਗੀ। ਕਲੀਅਰ? ਕਿਉਂਕਿ ਰਿਜ਼ਰਵ ਐਸੀ ਚੀਜ਼ ਹੈ ਜੋ ਪ੍ਰੋਫਿਟ ਦਾ ਹੀ ਇੱਕ ਪਾਰਟ ਕੱਟ ਕੇ ਰੱਖਿਆ ਗਿਆ ਸੀ। ਹੁਣ ਪੁਰਾਣੀ ਰੇਸ਼ੋ ਦੇ ਅਕੋਰਡਿੰਗ ਹੀ ਰੱਖਿਆ ਸੀ ਉਹ ਤਾਂ ਉੱਥੇ ਵੀ ਸਾਨੂੰ ਇੱਕ ਐਡਜਸਟਮੈਂਟ ਐਂਟਰੀ ਪਾਸ ਕਰਨੀ ਪੈ ਸਕਦੀ ਹੈ। ਠੀਕ ਹੈ, ਸੋ ਇਹਦੇ ਨਾਲ ਦੇ ਕਾਫੀ ਕੁਐਸਚਨਸ ਬੁੱਕਸ ਦੇ ਅੰਦਰ ਹੈਗੇ ਆ, ਤੁਸੀਂ ਉਹ ਕੁਐਸਚਨਸ ਟਰਾਈ ਕਰ ਲੈਣੇ ਆ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਜਾਂ ਮੇਰਾ ਨੰਬਰ ਹੈ, ਤੁਸੀਂ ਨੰਬਰ 'ਤੇ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜੀ, ਥੈਂਕਸ ਫॉर ਵਾਚਿੰਗ, ਕੀਪ ਸਪੋਰਟਿੰਗ, ਸਬਸਕ੍ਰਾਈਬ ਐਂਡ ਸ਼ੇਅਰ ਦਾ ਚੈਨਲ।